ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰਾ ਨਾਮ ਅਮਨਦੀਪ ਕੌਰ ਹੈ ਅਤੇ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫਗਵਾੜਾ ਵਿਖੇ ਵੋਕੇਸ਼ਨਲ ਟ੍ਰੇਨਰ ਰਿਟੇਲ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਦੇ ਰਹੀ ਹਾਂ। ਡਿਪਾਰਟਮੈਂਟ ਆਫ ਸਕੂਲ ਐਜੂਕੇਸ਼ਨ ਐਂਡ ਨੈਸ਼ਨਲ ਸਕਿੱਲ ਕੁਆਲੀਫਿਕੇਸ਼ਨ ਫਰੇਮਵਰਕ ਵੱਲੋਂ ਟ੍ਰੇਡ ਰਿਟੇਲ ਦੇ ਅੰਡਰ ਅੱਜ ਮੈਂ ਤੁਹਾਡਾ ਟੌਪਿਕ ਕਰਵਾਉਣ ਜਾ ਰਹੀ ਹਾਂ 11ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਫੰਡਾਮੈਂਟਲਸ ਆਫ ਰਿਟੇਲਿੰਗ। ਫੰਡਾਮੈਂਟਲ ਆਫ ਰਿਟੇਲਿੰਗ ਦੇ ਵਿੱਚ ਅਸੀਂ ਪੜ੍ਹਾਂਗੇ ਕਿ ਜਿਹੜਾ ਰਿਟੇਲ ਬਿਜ਼ਨਸ ਹੈ ਉਹ ਕੀ ਹੈ, ਇਹਦੇ ਬਾਰੇ ਤੁਹਾਨੂੰ ਮੁੱਢਲੀ ਜਾਣਕਾਰੀ ਦਿੱਤੀ ਜਾਏਗੀ। ਇਹਦੇ ਲਈ ਕਿਹੜੀਆਂ ਸਕਿੱਲਸ ਰਿਕੁਆਇਰਡ ਨੇ, ਇਹ ਕਿਵੇਂ ਵਰਕ ਕਰਦਾ ਹੈ ਅਤੇ ਇਹਦੇ ਵਿੱਚ ਡਿਵੈਲਪਮੈਂਟ ਕਿਵੇਂ ਹੁੰਦੀ ਹੈ ਅਤੇ ਇਹ ਕਿਹੜੀਆਂ ਕਿਸਮਾਂ ਹੁੰਦੀਆਂ ਹਨ, ਇਸ ਦੇ ਬਾਰੇ ਅਸੀਂ ਪੜ੍ਹਾਂਗੇ। ਸਭ ਤੋਂ ਪਹਿਲਾਂ ਅਸੀਂ ਕੁਝ ਦੇਖਾਂਗੇ ਕਿ ਸਾਡੇ ਕੀ ਪੁਆਇੰਟਸ ਕੀ ਨੇ ਜਿਨ੍ਹਾਂ ਬਾਰੇ ਅਸੀਂ ਪੜ੍ਹਨਾ ਹੈ। ਯੂਨਿਟ 1 ਦੇ ਫੰਡਾਮੈਂਟਲਸ ਆਫ ਰਿਟੇਲਿੰਗ ਦੇ ਵਿੱਚ ਪਹਿਲਾ ਸੈਸ਼ਨ ਹੈ ਬੇਸਿਕਸ ਆਫ ਰਿਟੇਲਿੰਗ, ਜਿਹਦੇ ਵਿੱਚ ਤੁਹਾਨੂੰ ਰਿਟੇਲਰ ਦੀ ਇਨਫੋਰਮੇਸ਼ਨ, ਡਿਫਰੈਂਟ ਟੌਪਿਕਸ ਜੋ ਵੀ ਇਹਦੇ ਵਿੱਚ ਪਾਰਟੀਜ਼ ਇਨਵੋਲਵ ਨੇ ਉਹਨਾਂ ਬਾਰੇ ਸਾਰੀ ਇਨਫੋਰਮੇਸ਼ਨ ਦਿੱਤੀ ਜਾਏਗੀ। ਸੈਕਿੰਡ ਸੈਸ਼ਨ ਦੇ ਵਿੱਚ ਸੇਲਸ ਐਸੋਸੀਏਟ ਜਿਹੜਾ ਵਿਕਰੀ ਅਧਿਕਾਰੀ ਹੁੰਦਾ ਹੈ ਉਹ ਕਿਹੜੀਆਂ ਸਰਵਿਸਿਜ਼ ਆਪਣੇ ਗਾਹਕ ਨੂੰ ਦਿੰਦਾ ਹੈ ਉਹਦੇ ਬਾਰੇ ਦੱਸਿਆ ਜਾਏਗਾ। ਸੈਸ਼ਨ 3 ਦੇ ਵਿੱਚ ਸਕਿੱਲ ਫॉर ਹੈਂਡਲਿੰਗ ਰਿਟੇਲ ਬਿਜ਼ਨਸ ਨੂੰ ਹੈਂਡਲ ਕਰਨ ਦੇ ਲਈ ਕਿਹੜੀਆਂ ਸਕਿੱਲਸ ਰਿਕੁਆਇਰਡ ਨੇ ਉਹਨਾਂ ਬਾਰੇ ਦੱਸਿਆ ਜਾਏਗਾ। ਅਤੇ ਸੈਸ਼ਨ 4 ਦੇ ਵਿੱਚ ਤੁਹਾਨੂੰ ਦੱਸਿਆ ਜਾਏਗਾ ਕਿ ਜਿਹੜਾ ਵਿਕਰੀ ਅਧਿਕਾਰੀ ਸੇਲਸ ਐਸੋਸੀਏਟ ਹੈ ਉਹਦੀਆਂ ਕੀ ਡਿਊਟੀਜ਼ ਅਤੇ ਰਿਸਪੋਂਸੀਬਿਲਿਟੀਜ਼ ਨੇ। ਸਭ ਤੋਂ ਪਹਿਲਾਂ ਅਸੀਂ ਪਹੁੰਚਦੇ ਹਾਂ ਸੈਸ਼ਨ 1 ਵੱਲ। ਸੈਸ਼ਨ 1 ਹੈਗਾ ਬੇਸਿਕਸ ਆਫ ਰਿਟੇਲਿੰਗ, ਮੀਨਿੰਗ ਐਂਡ ਸਿਗਨੀਫਿਕੈਂਸ ਆਫ ਰਿਟੇਲ ਬਿਜ਼ਨਸ। ਏ ਰਿਟੇਲਰ ਇਜ਼ ਅ ਮਰਚੈਂਟ ਔਰ ਓਕੇਜਨਲੀ ਐਨ ਏਜੰਟ ਔਰ ਅ ਬਿਜ਼ਨਸ ਐਂਟਰਪ੍ਰਾਈਜ਼ ਹੂਜ਼ ਮੇਨ ਬਿਜ਼ਨਸ ਇਜ਼ ਸੈਲਿੰਗ ਡਾਇਰੈਕਟਲੀ ਟੂ ਅਲਟੀਮੇਟ ਕੰਜ਼ਿਊਮਰਸ। ਜਿਹੜਾ ਰਿਟੇਲਰ, ਵਪਾਰੀ ਜਾਂ ਕੋਈ ਵੀ ਏਜੰਟ ਹੈ ਉਹਦਾ ਮੁੱਖ ਕੰਮ ਕੀ ਹੈ? ਆਪਣੇ ਅੰਤਿਮ ਖਪਤਕਾਰ ਤੱਕ ਵਸਤੂਆਂ ਨੂੰ ਪਹੁੰਚਾਉਣਾ, ਵਸਤੂਆਂ ਅਤੇ ਸੇਵਾਵਾਂ ਨੂੰ ਉਹਦੇ ਤੱਕ ਪਹੁੰਚਾਉਣਾ। ਇਹ ਰਿਟੇਲਰ ਔਰ ਬਿਜ਼ਨਸ ਐਂਟਰਪ੍ਰਾਈਜ਼ ਪਰਫੋਰਮ ਮੈਨੀ ਮਾਰਕੀਟਿੰਗ ਐਕਟੀਵਿਟੀਜ਼। ਇਹ ਬਹੁਤ ਸਾਰੀਆਂ ਬਾਜ਼ਾਰੀ ਐਕਟੀਵਿਟੀਜ਼ ਕਰਦਾ ਹੈ ਜਿਸ ਦੇ ਵਿੱਚ ਕਿ ਬਾਜ਼ਾਰੀ ਕਰਨ ਦੇ ਵਿੱਚ ਚੀਜ਼ਾਂ ਨੂੰ ਖਰੀਦਣਾ, ਵੇਚਣਾ, ਉਹਨਾਂ ਦੀ ਗ੍ਰੇਡਿੰਗ ਕਰਨੀ ਅਤੇ ਗਾਹਕਾਂ ਬਾਰੇ ਇਨਫੋਰਮੇਸ਼ਨ ਪ੍ਰਾਪਤ ਕਰਨੀ ਕਿ ਗਾਹਕ ਦੀਆਂ ਲੋੜਾਂ ਕੀ ਹਨ। Therefore, frequently the manufacturers depend on the retailers to sell their products to the ultimate consumers। ਜਿਹੜਾ ਵਿਕਰੇਤਾ ਹੈ ਉਹ ਵੀ ਗਾਹ ਕਿਸੇ ਉਤਪਾਦਕ ਕੋਲੋਂ ਹੀ ਵਸਤੂਆਂ ਖਰੀਦ ਕੇ ਗਾਹਕ ਦੇ ਲਈ ਲੈ ਕੇ ਆਉਂਦਾ ਹੈ। ਸੋ ਜਿਹੜੇ ਉਤਪਾਦਕ ਮੈਨੂਫੈਕਚਰਰਸ ਜਾਂ ਪ੍ਰੋਡਿਊਸਰਸ ਨੇ ਉਹ ਵੀ ਪੂਰੀ ਤਰ੍ਹਾਂ ਦੇ ਨਾਲ ਆਪਣੇ ਰਿਟੇਲਰਸ 'ਤੇ ਹੀ ਡਿਪੈਂਡ ਕਰਦੇ ਹਨ, ਕਿਉਂਕਿ ਜਿਹੜਾ ਰਿਟੇਲਰ ਹੁੰਦਾ ਹੈ ਉਸਦਾ ਹੀ ਸਿੱਧਾ ਸੰਪਰਕ ਅਲਟੀਮੇਟ ਕੰਜ਼ਿਊਮਰ ਦੇ ਨਾਲ ਹੁੰਦਾ ਹੈ। ਉਹੀ ਉਸ ਦੀਆਂ ਜ਼ਰੂਰਤਾਂ ਅਤੇ ਉਸਦੀਆਂ ਡਿਜ਼ਾਇਰਸ ਦੇ ਬਾਰੇ ਜਾਣਦਾ ਹੈ। ਸੋ ਮੈਨੂਫੈਕਚਰਰਸ ਟੋਟਲੀ ਰਿਟੇਲਰਸ 'ਤੇ ਡਿਪੈਂਡ ਕਰਦੇ ਹਨ। ਡਿਸਟਰੀਬਿਊਸ਼ਨ ਚੈਨਲ ਹੁੰਦਾ ਹੈ ਵੰਡ ਪ੍ਰਣਾਲੀ, ਜਿਸ ਦੇ ਵਿੱਚ ਕਿ ਬਹੁਤ ਸਾਰੀਆਂ ਪਾਰਟੀਜ਼ ਸ਼ਾਮਿਲ ਹੁੰਦੀਆਂ ਹਨ। ਸਭ ਤੋਂ ਪਹਿਲਾਂ ਆਉਂਦਾ ਹੈ ਮੈਨੂਫੈਕਚਰਰ ਉਹ ਹੁੰਦਾ ਜਿਹੜਾ ਕਿ ਵਸਤੂਆਂ ਦਾ ਉਤਪਾਦਨ ਕਰਦਾ ਹੈ, ਜਿਸ ਨੂੰ ਅਸੀਂ ਪ੍ਰੋਡਿਊਸਰ ਵੀ ਕਹਿੰਦੇ ਹਾਂ ਅਤੇ ਉਦਯੋਗਿਕ ਵੀ ਕਹਿੰਦੇ ਹਾਂ। ਮੈਨੂਫੈਕਚਰਰ ਤੋਂ ਸਮਾਨ ਅੱਗੇ ਜਾਂਦਾ ਹੈ ਹੋਲਸੇਲਰ ਕੋਲ। ਹੋਲਸੇਲਰ ਹੁੰਦੇ ਨੇ ਥੋਕ ਵਿਕਰੇਤਾ ਜਾਂ ਵਪਾਰੀ ਸਮਾਨ ਨੂੰ ਲੋਕਲ ਮਾਰਕੀਟਸ ਵਿੱਚ ਜਾ ਕੇ ਵੱਖ ਵਿਕਰੇਤਾਵਾਂ ਕੋਲ ਵੇਚਦੇ ਹਨ। ਵਿਕਰੇਤਾ ਜਿਹਨੂੰ ਕਿ ਅਸੀਂ ਪਰਚੂਨਕਾਰ ਜਾਂ ਰਿਟੇਲਰ ਕਹਿੰਦੇ ਹਨ। ਅਤੇ ਜਿਹੜਾ ਰਿਟੇਲਰ ਹੈ ਉਸ ਦਾ ਹੀ ਸਿੱਧਾ ਸੰਪਰਕ ਕੰਜ਼ਿਊਮਰ ਦੇ ਨਾਲ ਹੁੰਦਾ ਹੈ। ਜਿਹੜੀ ਵੰਡ ਪ੍ਰਣਾਲੀ ਹੈ ਜ਼ਿਆਦਾਤਰ ਇਸ ਤਰੀਕੇ ਨਾਲ ਚੱਲਦੀ ਹੈ, ਪਰ ਕਦੀ ਜਿਹੜਾ ਰਿਟੇਲਰ ਹੈ ਉਹ ਵੀ ਸਿੱਧਾ ਮੈਨੂਫੈਕਚਰਰ ਕੋਲੋਂ ਸਮਾਨ ਖਰੀਦ ਕੇ ਗਾਹਕ ਨੂੰ ਵੇਚ ਸਕਦਾ ਹੈ ਅਤੇ ਕਦੀ ਗਾਹਕ ਵੀ ਸਿੱਧਾ ਮੈਨੂਫੈਕਚਰਰ ਕੋਲੋਂ ਸਮਾਨ ਖਰੀਦ ਲੈਂਦਾ ਹੈ। ਉਹ ਵਸਤੂਆਂ ਦੀ ਕਿਸਮਾਂ 'ਤੇ ਨਿਰਭਰ ਕਰਦਾ ਹੈ। The retailer is an intermediary in the marketing channel because he or she is both a marketer and consumer who sells to the last person to consume। ਜਿਹੜਾ ਰਿਟੇਲਰ ਹੁੰਦਾ ਹੈ ਇੱਕ ਤਰ੍ਹਾਂ ਦਾ ਵਿਚੋਲੇ ਦਾ ਕੰਮ ਕਰਦਾ ਹੈ ਮਾਰਕੀਟਿੰਗ ਚੈਨਲ ਦੇ ਵਿੱਚ, ਜਿਸ ਵਿੱਚ ਕਿ ਉਹ ਇੱਕ ਤਰ੍ਹਾਂ ਦਾ ਖਰੀਦਦਾਰ ਵੀ ਹੁੰਦਾ ਹੈ ਅਤੇ ਗਾਹਕ ਵੀ ਹੁੰਦਾ ਹੈ। ਉਹ ਗਾਹਕ ਨੂੰ ਚੀਜ਼ਾਂ ਖਰੀਦ ਕੇ ਅੱਗੇ ਵੇਚਦਾ ਹੈ, ਉਹ ਅੰਤਿਮ ਗਾਹਕ ਤੱਕ ਵਸਤੂਆਂ ਪਹੁੰਚਾਉਣ ਦਾ ਜ਼ਿੰਮਾ ਚੱਕਦਾ ਹੈ। ਜਿਹੜਾ ਅੰਤਿਮ ਗ੍ਰਾਹਕ ਹੈ ਉਹ ਹਮੇਸ਼ਾ ਵੱਖ ਤਰ੍ਹਾਂ ਦੀਆਂ ਪ੍ਰਚੂਨ ਦੁਕਾਨਾਂ 'ਤੇ ਜਾ ਕੇ ਆਪਣੀਆਂ ਜ਼ਰੂਰਤ ਦੀਆਂ ਚੀਜ਼ਾਂ ਖਰੀਦ ਲੈਂਦੇ ਹਨ। ਜਿਹੜਾ ਰਿਟੇਲਰ ਹੈ ਉਹ ਵੱਖ ਉਤਪਾਦਕਾਂ ਅਤੇ ਵੱਖ ਵਪਾਰੀਆਂ ਤੋਂ ਗਾਹਕ ਦੀਆਂ ਲੋੜਾਂ ਅਤੇ ਜ਼ਰੂਰਤਾਂ ਦੇ ਅਨੁਸਾਰ ਸਮਾਨ ਖਰੀਦ ਕੇ ਗਾਹਕ ਤੱਕ ਪਹੁੰਚਾਉਂਦਾ ਹੈ। ਹੀ ਔਰ ਸ਼ੀ ਇਜ਼ ਅ ਸਪੈਸ਼ਲਿਸਟ ਹੂ ਮੇਨਟੇਨ ਕੰਟੈਕਟ ਵਿਦ ਦ ਕੰਜ਼ਿਊਮਰ ਐਂਡ ਦ ਪ੍ਰੋਡਿਊਸਰ। ਉਹ ਸਪੈਸ਼ਲਿਸਟ ਹੁੰਦਾ ਹੈ ਜਿਹੜਾ ਕਿ ਕੰਜ਼ਿਊਮਰ ਅਤੇ ਪ੍ਰੋਡਿਊਸਰ ਦੋਨਾਂ ਦੇ ਨਾਲ ਡਾਇਰੈਕਟਲੀ ਕੰਟੈਕਟ ਮੇਨਟੇਨ ਕਰਦਾ ਹੈ। ਦੋ ਪ੍ਰੋਡਿਊਸਰਸ ਮੇ ਸੈਲ ਡਾਇਰੈਕਟਲੀ ਟੂ ਕੰਜ਼ਿਊਮਰ ਸੱਚ ਮੈਥਡ ਆਫ ਡਿਸਟਰੀਬਿਊਟਿੰਗ ਟੂ ਅਲਟੀਮੇਟ ਯੂਜ਼ਰਸ ਇਜ਼ ਇਨਕਨਵੀਨੀਅੰਟ। ਵੈਸੇ ਜਿਹੜੇ ਪ੍ਰੋਡਿਊਸਰਸ ਨੇ ਉਹ ਸਿੱਧਾ ਵੀ ਕੰਜ਼ਿਊਮਰਸ ਤੱਕ ਵੇਚ ਸਕਦੇ ਹਨ, ਪਰ ਹੁਣ ਉਤਪਾਦਕ ਦਾ ਜਿਹੜਾ ਲੈਵਲ ਹੈ ਉਤਪਾਦਨ ਦਾ ਬਹੁਤ ਜ਼ਿਆਦਾ ਵੱਧ ਗਿਆ ਹੈ। ਸੋ ਇੱਕ ਉਤਪਾਦਕ ਦੇ ਲਈ ਇਕੱਲੇ ਗਾਹਕ ਤੱਕ ਪਹੁੰਚਣਾ ਮੁਸ਼ਕਿਲ ਹੁੰਦਾ ਹੈ, ਇਨਕਨਵੀਨੀਅੰਟ ਹੁੰਦਾ ਹੈ, ਟਾਈਮ ਕੰਜ਼ਿਊਮਿੰਗ,
ਐਕਸਪੈਂਸਿਵ ਵੀ ਹੁੰਦਾ ਹੈ, ਜਦ ਕਿ ਜਿਹੜਾ ਇੱਕ ਸਪੈਸ਼ਲਾਈਜ਼ਡ ਪਰਸਨ, ਜਿਹੜਾ ਇੱਕ ਪਰਚੂਨਕਾਰ ਇੱਕ ਪਰਟੀਕੂਲਰ ਤਰੀਕੇ ਦੀ ਦੁਕਾਨ ਕਰ ਰਿਹਾ, ਉਹਦੇ ਲਈ ਜ਼ਿਆਦਾ ਆਸਾਨ ਹੁੰਦਾ ਹੈ ਕਿ ਉਹ ਵਪਾਰੀਆਂ ਜਾਂ ਉਤਪਾਦਕਾਂ ਤੋਂ ਸਮਾਨ ਖਰੀਦ ਕੇ ਸਿੱਧੇ ਗਾਹਕ ਤੱਕ ਪਹੁੰਚਾ ਦੇਵੇ। ਹੁਣ ਆਪਾਂ ਗੱਲ ਕਰਾਂਗੇ ਰਿਟੇਲ ਬਿਜ਼ਨਸ ਦੀਆਂ ਕਿਸਮਾਂ ਦੀ। ਰਿਟੇਲ 2 ਤਰੀਕੇ ਦੀ ਕਿਸਮਾਂ ਦੇ ਵਿੱਚ ਵੰਡਿਆ ਗਿਆ ਹੈ, ਆਰਗੇਨਾਈਜ਼ਡ ਐਂਡ ਅਨਆਰਗੇਨਾਈਜ਼ਡ ਰਿਟੇਲ। ਅਨਆਰਗੇਨਾਈਜ਼ਡ ਰਿਟੇਲ ਗੈਰ ਸੰਗਠਿਤ ਪਰਚੂਨ, ਜਿਹੜਾ ਕਿ ਸਾਡਾ ਪ੍ਰਾਚੀਨ ਤਰੀਕੇ ਤੋਂ ਚੱਲਦਾ ਆ ਰਿਹਾ, ਜਿਵੇਂ ਕਿ ਨੁੱਕਰ ਦੀਆਂ ਦੁਕਾਨਾਂ, ਪਾਨ ਦੀਆਂ ਦੁਕਾਨਾਂ, ਲੋਕਲ ਰੇਹੜੀਆਂ, ਜਿੱਦਾਂ ਛੋਟੀਆਂ-ਛੋਟੀਆਂ ਹਾਰਟਸ ਲੱਗਦੀਆਂ, ਹੱਟੀਆਂ ਲੱਗਦੀਆਂ ਹਨ, ਉਹ ਅਨਆਰਗੇਨਾਈਜ਼ਡ ਰਿਟੇਲ ਦੇ ਵਿੱਚ ਆਉਂਦੇ ਹਨ, ਜਿਨ੍ਹਾਂ ਦਾ ਕੋਈ ਵੀ ਅਕਾਊਂਟ ਖਾਤਾ ਨਹੀਂ ਮੇਨਟੇਨ ਹੁੰਦਾ, ਜਿਹਦੇ ਵਿੱਚ ਕੋਈ ਵੀ ਲਾਅ ਦੇ ਅਕੋਰਡਿੰਗ ਕੋਈ ਵੀ ਪੇਪਰ ਵਰਕ ਨਹੀਂ ਹੁੰਦਾ। ਜਿਹੜੇ ਸਾਡੇ ਪੁਰਾਤਨ ਤਰੀਕੇ ਤੋਂ ਮੇਲੇ ਵਗੈਰਾ ਚੱਲਦੇ ਆ ਰਹੇ ਨੇ, ਉਸ ਨੂੰ ਅਸੀਂ ਗੈਰ ਸੰਗਠਿਤ ਪਰਚੂਨ ਅਨਆਰਗੇਨਾਈਜ਼ਡ ਰਿਟੇਲ ਕਹਿੰਦੇ ਹਾਂ। ਅਤੇ ਆਰਗੇਨਾਈਜ਼ਡ ਰਿਟੇਲ ਤੋਂ ਹੁਣ ਵੱਧ ਕੇ, ਕਿਉਂਕਿ ਹੁਣ ਇਸ ਦੇ ਵਿੱਚ ਬਹੁਤ ਜ਼ਿਆਦਾ ਬੂਮ ਆ ਗਿਆ ਹੈ, ਹੁਣ ਇਹ ਇੱਕ ਜਿਹੜਾ ਰਿਟੇਲ ਬਿਜ਼ਨਸ ਹੈ, ਇਸ ਨੇ ਬਹੁਤ ਜ਼ਿਆਦਾ ਐਡਵਾਂਸਮੈਂਟ ਕਰ ਲਈ ਹੈ। ਇਹ ਆਰਗੇਨਾਈਜ਼ਡ ਹੋ ਗਿਆ, ਸੰਗਠਿਤ ਹੋ ਗਿਆ ਹੈ। ਸੰਗਠਿਤ ਹੋ ਕੇ ਇਸ ਦੇ ਵਿੱਚ ਜੋ ਐਡਵਾਂਸਮੈਂਟਸ ਆਈਆਂ ਉਹ ਸਾਡੇ ਸਾਰਿਆਂ ਦੇ ਸਾਹਮਣੇ ਨੇ। ਸਾਡੀਆਂ ਦੁਕਾਨਾਂ ਦਾ ਨਵੀਨੀਕਰਨ ਹੋ ਗਿਆ ਹੈ, ਹਰ ਇੱਕ ਨੇ ਆਪਣੀ ਦੁਕਾਨ ਨੂੰ ਬਹੁਤ ਤਰੀਕੇ ਨਾਲ ਮੇਨਟੇਨ ਕਰ ਰਿਹਾ ਹੈ। ਜਿਹੜਾ ਸਾਡਾ ਬਾਜ਼ਾਰ ਹੈ, ਉਹਦੇ ਵਿੱਚ ਜਦੋਂ ਅਸੀਂ ਜਾਂਦੇ ਹਾਂ, ਚੀਜ਼ਾਂ ਦੀ ਪ੍ਰਦਰਸ਼ਨੀ ਆਰਗੇਨਾਈਜ਼ ਤਰੀਕੇ ਨਾਲ ਹੋ ਗਈ ਹੈ, ਸੋ ਉਸ ਨੂੰ ਅਸੀਂ ਸੰਗਠਿਤ ਪਰਚੂਨ ਕਹਿੰਦੇ ਹਾਂ। ਔਰ ਇਹਦੇ ਵਿੱਚ ਬਹੁਤ ਸਾਰੀਆਂ ਲੀਗਲ ਰਿਕੁਆਇਰਮੈਂਟਸ ਵੀ ਸ਼ਾਮਲ ਹੋ ਗਈਆਂ ਹਨ। ਔਰ ਜਿਹੜਾ ਆਰਗੇਨਾਈਜ਼ ਪਰਚੂਨ ਹੈ, ਇਸ ਦੇ ਵਿੱਚ ਜਿਹੜੀ ਨਕਦੀ ਹੈ ਜਾਂ ਜਿਹੜੀ ਪੂੰਜੀ ਹੈ, ਉਹ ਜ਼ਿਆਦਾ ਲੱਗਦੀ ਹੈ ਇਸ ਨੂੰ ਸਥਾਪਿਤ ਕਰਨ ਦੇ ਲਈ, ਔਰ ਇਸ ਦੇ ਵਿੱਚ ਸਟਾਫ ਦੀ ਵੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ। ਸੋ ਇਸ ਤਰ੍ਹਾਂ ਜਿਹੜਾ ਆਰਗੇਨਾਈਜ਼ਡ ਰਿਟੇਲ ਹੈ, ਇਹਦੇ ਵਿੱਚ ਕੀ ਜੋਬ ਓਪਰਚੁਨਿਟੀਜ਼ ਵੀ ਵੱਧ ਗਈਆਂ ਹਨ। ਸੋ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਅਨਆਰਗੇਨਾਈਜ਼ਡ ਰਿਟੇਲਿੰਗ ਦੀ, ਗੈਰ ਸੰਗਠਿਤ ਪਰਚੂਨਕਾਰੀ ਦੀ। ਇਟ ਰੈਫਰਸ ਟੂ ਦ ਟ੍ਰੈਡੀਸ਼ਨਲ ਫਾਰਮੈਟਸ ਆਫ ਲੋ ਕਾਸਟ ਰਿਟੇਲਿੰਗ, ਫॉर एग्जाम्पल द लोकल किराना शॉप, ओनरमैन जनरल स्टोर्स, पान शॉप्स, कन्वीनियंस स्टोर्स, हैंड कार्ट एंड पेमेंट वेंडर्स एटसैट्रा। ਜੇ ਇਹਦੇ ਵਿੱਚ ਗੈਰ ਸੰਗਠਿਤ ਪਰਚੂਨ ਦੇ ਵਿੱਚ ਟ੍ਰੈਡੀਸ਼ਨਲ ਫਾਰਮ ਦੇ ਰਿਟੇਲਿੰਗ ਸ਼ਾਮਲ ਹੁੰਦੀ ਹੈ, ਜਿਵੇਂ ਕਿ ਲੋਕਲ ਕਰਿਆਨੇ ਦੀਆਂ ਸ਼ਾਪਸ, ਓਨਰਮੈਨ ਜਨਰਲ ਸਟੋਰਸ ਹੋ ਗਏ, ਪਾਨ ਸ਼ਾਪਸ ਹੋ ਗਈਆਂ, ਸੁਵਿਧਾ ਸਟੋਰ ਹੋ ਗਏ, ਹੈਂਡ ਕਾਰਟ ਜਿਹੜੀਆਂ ਰੇਹੜੀਆਂ ਔਰ ਫੇਰੀਆਂ ਵਾਲੇ ਇਸ ਦੇ ਵਿੱਚ ਸ਼ਾਮਲ ਹੁੰਦੇ ਹਨ। ਇਟ ਇਜ਼ ਫੀਚਰਡ ਬਾय ਪੂਅਰ ਐਂਡ ਓਲਡ ਇਨਫਰਾਸਟਰਕਚਰ, ਇਨਸਫੀਸ਼ੀਐਂਟ ਫੰਡਸ, ਲੈਕ ਆਫ ਟੈਕਨੋਲੋਜੀ, ਇਨਸਫੀਸ਼ੀਐਂਟ ਅਪਸਟ੍ਰੀਮ ਪ੍ਰੋਸੈਸਿਸ ਐਂਡ ਐਬਸੈਂਸ ਆਫ ਸਕਿਲਡ ਮੈਨ ਪਾਵਰ। ਇਸ ਦੇ ਵਿੱਚ ਪੁਰਾਣਾ ਅਤੇ ਓਲਡ ਢਾਂਚਾ ਹੁੰਦਾ, ਇਨਫਰਾਸਟਰਕਚਰ ਹੁੰਦਾ ਹੈ, ਫੰਡਸ ਇਹਦੇ ਵਿੱਚ ਘੱਟ ਹੁੰਦੇ ਹਨ, ਅਤੇ ਇਸ ਦੇ ਵਿੱਚ ਜ਼ਿਆਦਾ ਸਕਿਲਡ ਲੇਬਰ ਦੀ ਲੋੜ ਨਹੀਂ ਹੁੰਦੀ, ਕਿਉਂਕਿ ਕੋਈ ਵੀ ਵਿਅਕਤੀ ਆਪਣੇ ਆਮਦਨ ਦਾ ਤਰੀਕਾ ਲੱਭਣ ਦੇ ਲਈ ਅਨਆਰਗੇਨਾਈਜ਼ ਤਰੀਕੇ ਦੇ ਨਾਲ ਕੰਮ ਕਰ ਸਕਦਾ ਹੈ। ਕੋਈ ਵੀ ਵਿਅਕਤੀ ਛੋਟੀ ਨੁੱਕਰ 'ਤੇ ਦੁਕਾਨ ਵੀ ਬਣਾ ਸਕਦਾ ਹੈ, ਕੋਈ ਫੇਰੀ ਲਗਾ ਕੇ ਵੀ ਆਪਣਾ ਕੋਈ ਕੰਮ ਕਰ ਸਕਦਾ ਹੈ। ਸੋ ਇੱਕ ਵਿਅਕਤੀ ਅਗਰ ਆਪਣਾ ਕੰਮ ਕਰਨਾ ਚਾਹੁੰਦਾ ਹੈ ਅਤੇ ਉਹਦੇ ਕੋਲ ਪੂੰਜੀ ਦੀ ਕਮੀ ਹੈ, ਤਾਂ ਉਹ ਗੈਰ ਸੰਗਠਿਤ ਤਰੀਕੇ ਦੇ ਨਾਲ ਕਰ ਸਕਦਾ ਹੈ। ਇਟ ਇਜ਼ ਨਾਟ ਰਜਿਸਟਰਡ ਅੰਡਰ ਐਨੀ ਲੀਗਲ ਪ੍ਰੋਵੀਜ਼ਨ ਐਂਡ ਡਜ਼ ਨਾਟ ਮੇਨਟੇਨ ਰੈਗੂਲਰ ਅਕਾਊਂਟਸ। ਇਹ ਕਿਸੇ ਵੀ ਲੀਗਲ ਪ੍ਰੋਵੀਜ਼ਨ ਦੇ ਅੰਡਰ ਰਜਿਸਟਰ ਨਹੀਂ ਹੁੰਦਾ, ਅਤੇ ਨਾ ਹੀ ਇਹਦੇ ਵਿੱਚ ਰੈਗੂਲਰ ਅਕਾਊਂਟਸ ਮੇਨਟੇਨ ਕਰਨੇ ਹੁੰਦੇ ਹਨ। ਇਸ ਦੇ ਵਿੱਚ ਹਰ ਵਿਅਕਤੀ ਜਿਹੜਾ ਵੀ ਆਪਣਾ ਛੋਟਾ ਜਾਂ ਇੱਕ ਲੋ ਲੈਵਲ 'ਤੇ ਬਿਜ਼ਨਸ ਕਰ ਰਿਹਾ, ਉਹ ਆਪਣਾ ਹਿਸਾਬ ਕਿਤਾਬ ਖੁਦ ਆਪਣੇ ਅਕੋਰਡਿੰਗ ਦੇਖ ਲੈਂਦਾ ਹੈ, ਲੇਖਾ ਵਿਧੀ ਦੇ ਅਕੋਰਡਿੰਗ ਨਹੀਂ ਦੇਖਿਆ ਜਾਂਦਾ। ਦੇ ਆਰ ਸਮॉल ਐਂਡ ਸਕੈਟਰਡ ਯੂਨਿਟਸ ਵਿਚ ਸੈਲ ਪ੍ਰੋਡਕਟਸ ਐਟ ਏ ਫਿਕਸਡ ਔਰ ਮੋਬਾਈਲ ਲੋਕੇਸ਼ਨ। ਗੈਰ ਸੰਗਠਿਤ ਪਰਚੂਨਕਾਰੀ ਦੇ ਅੰਦਰ ਛੋਟੇ ਅਤੇ ਵਿਖਰੇ ਹੋਏ ਯੂਨਿਟਸ ਆਉਂਦੇ ਆ, ਜਿਹੜੇ ਕਿ ਜਾਂ ਤਾਂ ਫੇਰੀ ਲਗਾ ਕੇ ਆਪਣਾ ਸਮਾਨ ਵੇਚਦੇ ਹਨ, ਜਾਂ ਇੱਕ ਪੱਕੀ ਜਗ੍ਹਾ 'ਤੇ ਰੋਜ਼ ਫਿਕਸ ਆਪਣਾ ਛੋਟੀ ਜਿਹੀ ਸ਼ਾਪ ਖੋਲ੍ਹ ਕੇ ਉੱਥੇ ਆਪਣਾ ਸਮਾਨ ਵੇਚਦੇ ਹਨ। Traditional units include mandis, haats, melas, the local baniya, kiryana shops, ਪਾਨਵਾਲਾ ਐਂਡ ਅਦਰਸ ਲਾਈਕ ਕੋਬਲਰ, ਫਰੂਟ ਐਂਡ ਵੈਜੀਟੇਬਲ ਵੈਂਡਰ। ਜਿਹੜੇ ਟ੍ਰੈਡੀਸ਼ਨਲ ਯੂਨਿਟ ਨੇ ਉਹਦੇ ਵਿੱਚ ਮੰਡੀਆਂ ਆਉਂਦੀਆਂ ਹਨ, ਹੱਟੀਆਂ, ਮੇਲੇ, ਲੋਕਲ ਬਾਣੀਏ ਦੀ ਸ਼ਾਪ, ਕਰਿਆਨਾ ਸ਼ਾਪ, ਪਾਨ ਵਾਲੇ, ਅਤੇ ਜਿਹੜੇ ਜੁੱਤੀਆਂ ਗੱਠਣ ਵਾਲੇ, ਸਬਜ਼ੀ ਅਤੇ ਫਲ ਵੇਚਣ ਵਾਲੇ ਇਸ ਦੇ ਵਿੱਚ ਸਾਰੇ ਆਉਂਦੇ ਹਨ। ਆਰਗੇਨਾਈਜ਼ਡ, ਹੁਣ ਅਸੀਂ ਗੱਲ ਕਰਾਂਗੇ ਸੰਗਠਿਤ ਪਰਚੂਨਕਾਰੀ ਬਾਰੇ। ਇਟ ਰੈਫਰਸ ਟੂ ਟ੍ਰੇਡਿੰਗ ਐਕਟੀਵਿਟੀਜ਼ ਅੰਡਰਟੇਕਨ ਬਾਏ licensed retailers, that is those who are registered for sales and income tax। ਇਸ ਦੇ ਵਿੱਚ ਲਾਇਸੈਂਸ ਰਿਟੇਲਰ ਆਉਂਦੇ ਹਨ, ਜਿੱਦਾਂ ਕਿ ਵੱਡੇ ਸ਼ੋਰੂਮਸ ਨੇ, ਵੱਡੇ ਸ਼ਾਪਸ ਨੇ, ਉਹ ਆਰਗੇਨਾਈਜ਼ ਤਰੀਕੇ ਦੇ ਨਾਲ ਹਰ ਇੱਕ ਚੀਜ਼ ਡਿਸਪਲੇ ਕੀਤੀ ਹੋਈ ਆ, ਉਹਨਾਂ ਦਾ ਰੂਪ ਰੇਖਾ ਬਹੁਤ ਅੱਛੀ ਹੈ, ਦੁਕਾਨ ਸ਼ੀਸ਼ਿਆਂ ਨਾਲ ਬਣਾਈ ਹੈ, ਸ਼ੀਸ਼ਿਆਂ ਦੀ ਖਿੜਕੀਆਂ ਹਨ, ਉਸ ਦੇ ਵਿੱਚ ਬਾਹਰੋਂ ਹੀ ਸਮਾਨ ਡਿਸਪਲੇ ਹੋ ਰਿਹਾ, ਉਹਨਾਂ ਦਾ ਡਿਸਪਲੇ ਕਰਨ ਦਾ, ਬਿਲਿੰਗ ਕਰਨ ਦਾ ਤਰੀਕਾ ਅਲੱਗ-ਅਲੱਗ ਹੈ। ਸੋ ਉਹ ਲਾਇਸੈਂਸ ਜਿਹੜੇ ਵੈਂਡਰਸ ਹੁੰਦੇ ਹਨ, ਰਿਟੇਲਰਸ ਹੁੰਦੇ ਹਨ, ਅਤੇ ਉਹ ਸੇਲਸ ਟੈਕਸ ਔਰ ਇਨਕਮ ਟੈਕਸ ਦੇ ਅੰਡਰ ਵੀ ਰਜਿਸਟਰਡ ਹੁੰਦੇ ਹਨ। ਦੀਜ਼ ਇਨਕਲੂਡ ਦਾ ਕਾਰਪੋਰੇਟ ਬੈਕਡ ਹਾਈਪਰ ਮਾਰਕੀਟਸ ਐਂਡ ਰਿਟੇਲ ਚੇਨਸ। ਇਹਦੇ ਵਿੱਚ ਕਾਰਪੋਰੇਟ ਜਿੱਦਾਂ ਵੱਡੇ ਬਿਜ਼ਨਸਿਸ ਦੇ ਥਰੂ ਖੁੱਲ੍ਹੇ ਹੋਏ, ਜਿੱਦਾਂ ਰਿਲਾਇੰਸ ਮਾਲਸ ਹੋ ਗਏ,
ਬਿਗ ਬਾਜ਼ਾਰ, ਹਾਈਪਰ ਮਾਰਕੀਟਸ ਦੇ ਵਿੱਚ ਵਿਸ਼ਾਲ ਮੈਗਾ ਮਾਰਟ, ਬੈਸਟ ਪ੍ਰਾਈਸ ਵਗੈਰਾ ਆ ਗਏ, ਈਜ਼ੀ ਡੇ ਆ ਗਏ। ਇਹ ਜਿੱਦਾਂ ਕਿ ਰਿਟੇਲ ਚੇਨਸ, ਜਿੱਦਾਂ ਫੂਡ ਦੇ ਵਿੱਚ ਵੀ ਚੇਨਸ ਹੈਗੀਆਂ, ਡੋਮੀਨੋਜ਼ ਹੋ ਗਿਆ, ਮੈਕਡੋਨਲਡਸ, ਫਿਊ ਐਗਜ਼ਾਮਪਲਸ ਮੈਂ ਤੁਹਾਨੂੰ ਦੇ ਰਹੀ ਹਾਂ। ਸੋ ਇਹ ਸਾਰੇ ਆ ਗਏ। ਔਰ ਲਾਰਜਲੀ ਓਨਡ ਬਿਜ਼ਨਸਿਸ ਜਿੱਦਾਂ ਕਾਰ ਦੀਆਂ ਕੰਪਨੀਜ਼ ਹੈ, ਮਰੂਤੀ ਹੋ ਗਏ, ਸੋਨਾਲੀਕਾ ਹੋ ਗਿਆ, ਇਹ ਸਾਰੀਆਂ ਕੰਪਨੀਜ਼ ਆ ਇਹਦੇ ਵਿੱਚ ਆਉਂਦੀਆਂ ਹਨ। ਇਟ ਆਫਰਸ ਦਾ ਕਸਟਮਰਸ ਮੋਰ ਕਨਵੀਨੀਅੰਸ, ਚੋਇਸ ਐਂਡ ਕੰਟਰੋਲ ਵਿਦ ਐਕਸਪੀਰੀਅੰਸ ਆਫ ਕੰਫਰਟ ਐਂਡ ਸਪੀਡ। ਜਿਹੜੇ ਔਰਗਨਾਈਜ਼ਡ ਰਿਟੇਲਿੰਗ ਦੇ ਵਿੱਚ ਜਿਹੜਾ ਗਾਹਕ ਹੈ ਉਸਨੂੰ ਬਹੁਤ ਜ਼ਿਆਦਾ ਚੋਇਸ ਮਿਲਦੀ ਹੈ, ਉਸਨੂੰ ਸਹੂਲਤ ਮਿਲਦੀ ਹੈ, ਔਰ ਇੱਕ ਕੰਫਰਟ ਦੇ ਐਕਸਪੀਰੀਅੰਸ ਦੇ ਵਿੱਚ ਤੇਜ਼ੀ ਦੇ ਨਾਲ ਆਪਣੀ ਸ਼ੋਪਿੰਗ ਕਰ ਸਕਦਾ ਹੈ। ਉਸਨੂੰ ਜ਼ਿਆਦਾ ਵੇਟ ਨਹੀਂ ਕਰਨੀ ਪੈਂਦੀ, ਉਸਨੂੰ ਬਿਲਿੰਗ ਕਾਊਂਟਰਸ 'ਤੇ ਨਹੀਂ ਖੜਨਾ ਪੈਂਦਾ, ਉਹ ਆਪਣੀ ਮਰਜ਼ੀ ਨਾਲ ਖਰੀਦ ਕਰ ਸਕਦਾ ਹੈ। ਔਰ ਇੱਕ ਜਿਹੜਾ ਔਰਗਨਾਈਜ਼ ਤਰੀਕੇ ਦੇ ਰਿਟੇਲ ਸ਼ਾਪ ਦੇ ਵਿੱਚ, ਰਿਟੇਲ ਸਟੋਰ ਦੇ ਵਿੱਚ ਹਰ ਤਰ੍ਹਾਂ ਦੇ ਗਾਹਕ ਨੂੰ ਟਾਰਗੇਟ ਕੀਤਾ ਜਾਂਦਾ ਹੈ ਕਿ ਹਰ ਤਰ੍ਹਾਂ ਦੀ ਪ੍ਰਾਈਸ ਦੀ ਚੀਜ਼ ਹੁੰਦੀ ਹੈ ਤਾਂ ਕਿ ਜਿਹੜਾ ਗਾਹਕ ਹੈ ਆਪਣੀ ਆਰਥਿਕਤਾ, ਆਪਣੀ ਰੁਤਬੇ ਦੇ ਅਕੋਰਡਿੰਗ ਆਪਣੀ ਚੀਜ਼ ਨੂੰ ਖਰੀਦ ਸਕੇ। The examples of organized retailing may be supermarkets, departmental stores, hypermarket, shopping mall, ਮਲਟੀ ਲੈਵਲ ਮਾਰਕੀਟਿੰਗ, ਟੈਲੀ ਸ਼ੋਪਿੰਗ ਐਟਸੈਟਰਾ। ਇਸ ਦੇ ਵਿੱਚ ਔਰਗਨਾਈਜ਼ਡ ਰਿਟੇਲ ਦੀਆਂ ਕੁਝ ਐਗਜ਼ਾਮਪਲਸ ਜਿਵੇਂ ਸੁਪਰ ਮਾਰਕੀਟ, ਡਿਪਾਰਟਮੈਂਟਲ ਸਟੋਰਸ ਹੋ ਗਏ, ਹਾਈਪਰ ਮਾਰਕੀਟਸ, ਮਹਾ ਮੰਡੀਆਂ ਹੋ ਗਈਆਂ, ਸ਼ੋਪਿੰਗ ਮਾਲਸ, ਮਲਟੀ ਲੈਵਲ ਮਾਰਕੀਟਿੰਗ ਅਤੇ ਟੈਲੀ ਸ਼ੋਪਿੰਗ ਦੇ ਥਰੂ ਜੋ ਵੀ ਅਸੀਂ ਸ਼ੋਪਿੰਗ ਕਰਦੇ ਹਾਂ ਉਹ ਇਸ ਦੇ ਅੰਡਰ ਆਉਂਦੇ ਹਨ, ਜਿਸ ਦੇ ਵਿੱਚ ਕਿ ਹਰ ਇੱਕ ਚੀਜ਼ ਇੱਕ ਲੀਗਲ ਤਰੀਕੇ ਦੇ ਨਾਲ ਔਰ ਸਹੀ ਵੇ ਦੇ ਨਾਲ ਉਹਦਾ ਇੱਕ ਪ੍ਰੋਪਰ ਪ੍ਰੋਸੈਸ ਹੁੰਦਾ ਹੈ। ਔਰਗਨਾਈਜ਼ਡ ਰਿਟੇਲਿੰਗ ਇਜ਼ ਕੈਪੇਬਲ ਆਫ ਜਨਰੇਟਿੰਗ ਇੰਪਲੋਇਮੈਂਟ ਓਪਰਚੁਨਿਟੀਜ਼। ਇਟ ਆਫਰਸ ਹਿਊਜ ਪੋਟੈਂਸ਼ੀਅਲ ਫॉर ਗਰੋਥ ਇਨ ਕਮਿੰਗ ਈਅਰਸ। ਜਿਹੜੀ ਸੰਗਠਿਤ ਪ੍ਰਚੂਨਕਾਰੀ ਦੇ ਅੰਡਰ, ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਡਿਪਾਰਟਮੈਂਟਸ ਹੈ, ਬਹੁਤ ਸਾਰੇ ਵਰਗ ਨੇ, ਬਹੁਤ ਸਾਰਾ ਇਹ ਵੱਡੇ ਲੈਵਲ 'ਤੇ ਵੱਧਦਾ ਜਾ ਰਿਹਾ ਹੈ। ਸੋ ਇਹਦੇ ਵਿੱਚ ਇੰਪਲੋਇਮੈਂਟ ਓਪਰਚੁਨਿਟੀਜ਼ ਵੀ ਬਹੁਤ ਜ਼ਿਆਦਾ ਹੈ, ਕਿਉਂਕਿ ਜਿੰਨਾ ਜ਼ਿਆਦਾ ਇੱਕ ਸਟੋਰ ਦੀ ਰੂਪਰੇਖਾ ਵਧੇਗੀ, ਅਗਰ ਸਪੋਜ਼ ਕਰੋ ਇੱਕ ਫਲੋਰ ਤੋਂ ਸੈਕਿੰਡ ਫਲੋਰ ਬਣੇਗਾ ਤਾਂ ਫਸਟ ਫਲੋਰ ਦੇ ਤੋਂ ਜ਼ਿਆਦਾ ਫਿਰ ਸੈਕਿੰਡ ਫਲੋਰ 'ਤੇ ਵੀ ਤਾਂ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਲੋੜ ਪਏਗੀ ਨਾ। ਸੋ ਇਸ ਦੇ ਨਾਲ ਕੀ ਹੈ, ਇੰਪਲੋਇਮੈਂਟ ਓਪਰਚੁਨਿਟੀਜ਼ ਵਧਣਗੀਆਂ ਔਰ ਸਾਡੇ ਦੇਸ਼ ਦੇ ਵਿੱਚੋਂ ਅਨਇੰਪਲੋਇਮੈਂਟ ਘਟੇਗੀ। ਅਤੇ ਇਹ ਇੱਕ ਦੇਸ਼ ਦਾ ਵਿਕਾਸ ਹੋਣ ਵਾਲਾ ਇੱਕ ਪੈਮਾਨਾ ਹੁੰਦਾ ਹੈ ਕਿ ਅਗਰ ਇੱਕ ਦੇਸ਼ ਦੇ ਵਿੱਚ ਜ਼ਿਆਦਾ ਜੋਬ ਓਪਰਚੁਨਿਟੀਜ਼ ਨੇ ਤਾਂ ਦੇਸ਼ ਦੇ ਵਿੱਚ ਵਿਕਾਸ ਹੁੰਦਾ ਹੈ। ਹੁਣ ਡਿਫਰੈਂਟ ਟਾਈਪਸ ਆਫ ਰਿਟੇਲ ਬਿਜ਼ਨਸ ਦੀ ਗੱਲ ਕਰਦੇ ਹਾਂ। ਜਿਹੜਾ ਰਿਟੇਲ ਬਿਜ਼ਨਸ ਹੈ, ਕੁਝ ਕੈਟੇਗਰੀਜ਼ ਦੇ ਵਿੱਚ, ਜ਼ਿਆਦਾਤਰ ਮੇਨਲੀ 2 ਕੈਟੇਗਰੀਜ਼ ਦੇ ਵਿੱਚ ਆਪਾਂ ਇਹਨੂੰ ਕਲਾਸੀਫਾਈ ਕਰਦੇ ਹਾਂ, ਬੇਸਡ ਔਨ ਮਰਚੈਂਡਾਈਜ਼ ਆਫਰਡ, ਬੇਸਡ ਔਨ ਓਨਰਸ਼ਿਪ। ਬੇਸਡ ਔਨ ਮਰਚੈਂਡਾਈਜ਼ ਆਫਰਡ ਕਿ ਕਿਸ ਤਰੀਕੇ ਦਾ ਬਿਜ਼ਨਸ ਹੋ ਰਿਹਾ ਹੈ ਉਹਦੇ 'ਤੇ ਬੇਸਡ ਹੁੰਦਾ ਹੈ, ਅਤੇ ਓਨਰਸ਼ਿਪ ਕਿ ਕਿੱਦਾਂ ਦੀ ਓਨਰਸ਼ਿਪ ਹੈ, ਕਿੱਦਾਂ ਦੀ ਮਲਕੀਅਤ ਹੈ। ਅਤੇ ਕੁਝ ਮਾਡਰਨ ਰਿਟੇਲਰਸ, ਜਿਹੜੇ ਕਿ ਕੁਝ ਮਾਡਰਨ ਰਿਟੇਲਰਸ ਨੇ, ਉਹਨਾਂ ਬਾਰੇ ਅਸੀਂ ਅੱਗੇ ਜਾ ਕੇ ਪੜ੍ਹਾਂਗੇ। ਸਭ ਤੋਂ ਪਹਿਲਾਂ ਬੇਸਡ ਔਨ ਮਰਚੈਂਡਾਈਜ਼ ਆਫਰਡ। ਬੇਸਡ ਔਨ ਮਰਚੈਂਡਾਈਜ਼ ਆਫਰਡ 'ਤੇ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਨਵੀਨੀਅੰਸ ਸਟੋਰਸ। ਕਨਵੀਨੀਅੰਸ ਸਟੋਰਸ ਹੁੰਦੇ ਆ ਸੁਵਿਧਾ ਸਟੋਰਸ, ਜਿਹੜੇ ਕਿ ਤੁਹਾਡੇ ਨੇੜੇ ਦੇ ਇਲਾਕੇ ਦੇ ਵਿੱਚ ਵੱਡੇ ਸਟੋਰਸ ਬਣੇ ਹੁੰਦੇ ਨੇ, ਕੁਝ ਸੁਸਾਇਟੀਜ਼ ਦੇ ਵਿੱਚ ਬਣੇ ਹੁੰਦੇ ਨੇ, ਮਾਰਕੀਟਸ ਦੇ ਵਿੱਚ ਵੀ ਬਣੇ ਹੁੰਦੇ ਆ, ਤਾਂ ਕਿ ਤੁਹਾਨੂੰ ਉੱਥੋਂ ਆਪਣੀ ਜ਼ਰੂਰਤ ਦਾ ਬੇਸਿਕ ਸਮਾਨ ਮਿਲ ਸਕੇ। ਸੁਪਰ ਮਾਰਕੀਟਸ ਹੁੰਦੀ ਆ ਮਹਾ ਮੰਡੀ, ਜਿਸ ਦੇ ਵਿੱਚ ਕਿ 20,000 ਤੋਂ 40,000 ਵਰਗ ਫੁੱਟ ਦੇ ਅੰਡਰ ਇਹ ਬਣੀਆਂ ਹੁੰਦੀਆਂ ਹਨ, ਅਤੇ ਇਹਦੇ 'ਚ ਪਾਰਕਿੰਗ ਸਪੇਸ ਵੀ ਬਹੁਤ ਜ਼ਿਆਦਾ ਹੁੰਦੀ ਹੈ। ਤੁਸੀਂ ਆਪਣੀ ਕਾਰਟ ਲੈ ਕੇ ਇਹਦੇ ਵਿੱਚ ਖੁਦ ਤੁਸੀਂ ਸ਼ੋਪਿੰਗ ਕਰ ਸਕਦੇ ਹੋ ਔਰ ਆਪਣੇ ਬਿਲਿੰਗ ਕਾਊਂਟਰ 'ਤੇ ਜਾ ਕੇ ਬਿੱਲ ਕਰਵਾ ਸਕਦੇ ਹੋ। ਇਹਦੇ 'ਚ ਬਿਲਿੰਗ ਵੀ ਬਹੁਤ ਈਜ਼ੀ ਹੁੰਦੀ ਹੈ। ਇਸ ਦੇ ਵਿੱਚ ਉਧਾਰ ਦੀ ਸਹੂਲਤ ਨਹੀਂ ਹੁੰਦੀ ਔਰ ਇਸ ਦੇ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਚੀਜ਼ਾਂ 'ਤੇ ਛੋਟ ਮਿਲਦੇ ਹਨ ਅਤੇ ਵਸਤੂਆਂ ਦੇ ਵੱਖਰੇ ਮਾਰਕੇ ਵੀ ਮਿਲਦੇ ਹਨ। ਹਾਈਪਰ ਮਾਰਕੀਟ ਵੀ ਸੁਪਰ ਮਾਰਕੀਟ ਵਾਂਗ ਮਹਾ ਮੰਡੀ ਹੀ ਹੁੰਦੀ ਹੈ। ਇਸ ਦੇ ਵਿੱਚ ਇਹ ਬਹੁਤ ਵੱਡੀ ਹੁੰਦੀ ਹੈ। ਇਹ ਜ਼ਿਆਦਾਤਰ ਦੂਰ ਦਰਾਡੇ ਇਲਾਕੇ ਵਿੱਚ ਹੁੰਦੀ ਹੈ, ਜਿਵੇਂ ਕਿ ਬੈਸਟ ਪ੍ਰਾਈਸ ਹੋ ਗਿਆ ਸਾਡੇ ਇਲਾਕੇ ਦੇ ਵਿੱਚ। ਇਹਦੇ ਵਿੱਚ ਕੀ ਆ ਕਿ ਤੁਹਾਨੂੰ ਵਸਤੂਆਂ, ਜਿਹੜੇ ਲੋਕੀ ਨੇ ਵੱਡੀ ਮਾਤਰਾ ਦੇ ਵਿੱਚ ਖਰੀਦਦਾਰੀ ਕਰ ਲੈਂਦੇ ਹਨ, ਉਹਨਾਂ ਨੂੰ ਬਹੁਤ ਜ਼ਿਆਦਾ ਕੀਮਤਾਂ 'ਤੇ ਛੋਟ ਮਿਲਦੀ ਹੈ। ਡਿਪਾਰਟਮੈਂਟਲ ਸਟੋਰਸ, ਸਪੈਸ਼ਲਿਟੀ ਸਟੋਰਸ ਹੁੰਦੇ ਹਨ, ਜਿਸ ਦੇ ਵਿੱਚ ਕੋਈ ਸਪੈਸ਼ਲ ਤਰੀਕੇ ਦਾ ਸਮਾਨ ਮਿਲਦਾ ਹੈ, ਕਿ ਫਰਨੀਚਰ ਹੋ ਗਿਆ, ਵੁਡਨ ਸਮਾਨ ਹੋ ਗਿਆ, ਪਲਾਸਟਿਕ ਦਾ ਸਮਾਨ ਹੋ ਗਿਆ। ਸੋ ਇੱਕ ਸਪੈਸ਼ਲਿਟੀ ਸਟੋਰ ਹੋ ਗਿਆ, ਇਲੈਕਟ੍ਰੋਨਿਕਸ ਹੋ ਗਿਆ। ਡਿਪਾਰਟਮੈਂਟਲ ਸਟੋਰਸ ਕਿ ਜਿਵੇਂ ਕਿ ਇੱਕ ਡਿਪਾਰਟਮੈਂਟ ਦੇ ਵਿੱਚ ਇੱਥੇ ਇੱਕ ਸਾਈਡ 'ਤੇ ਮੇਕਅਪ ਦਾ ਸਮਾਨ ਵੀ ਹੈ, ਇੱਕ ਸਾਈਡ 'ਤੇ ਕੱਪੜਿਆਂ ਦਾ ਵੀ ਹੈ, ਜੁੱਤਿਆਂ ਦਾ ਵੀ ਹੈ, ਇੱਕ ਸਾਈਡ 'ਤੇ ਤੁਹਾਨੂੰ ਹੋਮ ਐਪਲਾਈਸਿਸ ਵੀ ਮਿਲ ਰਹੇ ਨੇ। ਸੋ ਉਹ ਡਿਪਾਰਟਮੈਂਟਲ ਸਟੋਰਸ ਹੋ ਗਏ, ਜਿੱਥੇ ਵੱਖ-ਵੱਖ ਡਿਪਾਰਟਮੈਂਟਸ ਵੀ ਰੱਖੇ ਹੋਏ ਨੇ, ਜਿਹਦੇ ਵੱਖ-ਵੱਖ ਡਿਪਾਰਟਮੈਂਟਸ ਡੀਲ ਕਰਦੇ ਨੇ। ਦੈਨ ਆਉਂਦੇ ਕੈਟਾਲੌਗ ਸ਼ੋਰੂਮਸ ਉਹ ਹੁੰਦੇ ਨਾ ਕਿ ਜਿਹੜੇ ਕਿ ਤੁਹਾਨੂੰ ਕੁਝ ਸਮਾਨ ਡਿਸਪਲੇਡ ਹੁੰਦਾ ਹੈ ਅਤੇ ਕੁਝ ਸਮਾਨ ਉਹ ਕੈਟਾਲੌਗ 'ਤੇ ਤੁਹਾਨੂੰ ਸ਼ੋਅ ਕਰ ਦਿੰਦੇ ਨੇ ਕਿ ਇਨ ਕੇਸ ਅਗਰ ਤੁਹਾਨੂੰ ਇਸ ਪਰਟੀਕੂਲਰ ਚੀਜ਼ ਦੇ ਵਿੱਚ ਇੱਦਾਂ ਦਾ ਕਲਰ ਚਾਹੀਦਾ, ਦੈਨ ਉਹ ਤੁਹਾਨੂੰ ਉੱਦਾਂ ਦਾ ਕਲਰ ਕੈਟਾਲੌਗ ਤੋਂ ਦੇਖ ਕੇ ਤੁਸੀਂ ਆਰਡਰ ਕਰ ਸਕਦੇ ਹੋ, ਤਾਂ ਤੁਹਾਨੂੰ ਪ੍ਰੋਵਾਈਡ ਕਰਾ ਦਿੰਦੇ ਨੇ। ਡਿਸਕਾਊਂਟ ਸਟੋਰਸ ਆਉਂਦੇ ਨੇ ਇਸ ਦੇ ਅੰਦਰ, ਮਰਚੈਂਡਾਈਜ਼ ਆਫਰ ਦੇ ਅੰਡਰ, ਕਿ ਛੋਟ ਸਟੋਰ, ਕਿ ਕਿੱਦਾਂ ਦੇ ਛੋਟ ਸਟੋਰ ਹੁੰਦੇ ਹਨ, ਕਿ ਜਿਹਦੇ ਵਿੱਚ ਕਿ ਤੁਹਾਨੂੰ ਕਾਫੀ ਜ਼ਿਆਦਾ ਡਿਸਕਾਊਂਟ ਮਿਲਦਾ ਹੈ। ਵੱਡੀ ਮਾਤਰਾ ਦੇ ਚੀਜ਼ਾਂ ਖਰੀਦਣ 'ਤੇ ਤੁਹਾਨੂੰ ਆਮ ਮਾਰਕੀਟ ਪ੍ਰਾਈਸ ਦੇ ਨਾਲੋਂ ਡਿਸਕਾਊਂਟ ਮਿਲਦਾ ਹੈ।
ਫਿਰ ਆਉਂਦੇ ਨੇ ਸ਼ਾਪਿੰਗ ਮਾਲਸ ਤੋਂ ਸਾਰੇ ਤੁਸੀਂ ਵੈਲ ਅਵੇਅਰ ਆ, ਕਿਉਂਕਿ ਜਿੱਦਾਂ ਜਿੱਦਾਂ ਅਰਬਨਾਈਜੇਸ਼ਨ ਹੋ ਰਹੀ ਹੈ ਵੱਖ-ਵੱਖ ਥਾਂ 'ਤੇ ਅੱਜ ਕੱਲ੍ਹ ਸ਼ਾਪਿੰਗ ਮਾਲਸ ਖੁੱਲ੍ਹ ਰਹੇ ਨੇ। ਸ਼ਾਪਿੰਗ ਮਾਲਸ ਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਕਨਵੀਨੀਅੰਸ ਹੁੰਦੀ ਹੈ, ਬਹੁਤ ਸਾਰੀਆਂ ਸ਼ਾਪਸ ਹੁੰਦੀਆਂ ਨੇ, ਉੱਥੇ ਤੁਸੀਂ ਆਪਾਂ ਸ਼ਾਪਿੰਗ ਕਰ ਸਕਦੇ ਹਾਂ। ਬ੍ਰਾਂਡਡ ਸਟੋਰਸ ਹੁੰਦੇ ਨੇ, ਤੁਸੀਂ ਉੱਥੇ ਮਲਟੀਪਲੈਕਸ ਸਿਨੇਮਾਜ਼ ਵੀ ਹੁੰਦੇ, PVRs ਹੁੰਦੇ ਨੇ, ਜਿੱਥੇ ਕਿ ਸਾਡਾ ਐਂਟਰਟੇਨਮੈਂਟ ਦਾ ਵੀ ਹੁੰਦਾ, ਕਿਡਸ ਜ਼ੋਨ ਹੁੰਦਾ ਔਰ ਫੂਡ ਕੋਰਟ ਵੀ ਹੁੰਦਾ, ਕਿ ਤੁਸੀਂ ਇੱਕ ਛੱਤ ਦੇ ਅੰਦਰ ਤੁਸੀਂ ਬਹੁਤ ਕੁਝ ਕਰ ਸਕਦੇ ਹੋ, ਔਰ ਪਲੇ ਜ਼ੋਨਸ ਵੀ ਉਹਦੇ ਵਿੱਚ ਬਣੇ ਹੁੰਦੇ ਹਨ। ਜਨਰਲ ਸਟੋਰ ਜਿਹੜੇ ਆਮ ਜਨਰਲ ਸਟੋਰਸ ਹੁੰਦੇ ਹਨ, ਮਨਿਆਰੀ ਦਾ ਸਮਾਨ ਜਿਨ੍ਹਾਂ ਤੋਂ ਮਿਲਦਾ ਹੈ, ਅਤੇ ਉਹ ਸਾਡੇ ਲੋਕਲ ਮਾਰਕੀਟਸ ਦੇ ਵਿੱਚ ਅਵੇਲੇਬਲ ਹੁੰਦੇ ਹਨ। ਵੇਅਰ ਹਾਊਸ ਸਟੋਰਸ ਹੁੰਦੇ ਹਨ ਕਿ ਜਿੱਦਾਂ ਕਿ ਜਿੱਥੇ ਕਿ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਸਮਾਨ ਹੁੰਦਾ ਹੈ, ਅਤੇ ਲੋਕ ਬਲਕ ਦੇ ਵਿੱਚ ਉੱਥੋਂ ਸਮਾਨ ਖਰੀਦ ਕੇ ਲੈ ਕੇ ਜਾਂਦੇ ਹਨ। ਉਹਨਾਂ ਨੂੰ ਵੇਅਰ ਹਾਊਸ ਸਟੋਰਸ ਕਿਹਾ ਜਾਂਦਾ ਹੈ। ਜਿੱਦਾਂ ਵੇਅਰ ਹਾਊਸ ਨੂੰ ਆਪਾਂ ਭੰਡਾਰ ਘਰ ਵੀ ਕਹਿੰਦੇ ਹਾਂ, ਕਿ ਜਿੱਥੇ ਵਸਤੂਆਂ ਦਾ ਭੰਡਾਰਨ ਬਹੁਤ ਜ਼ਿਆਦਾ ਹੁੰਦਾ ਹੈ। ਵੈਰਾਈਟੀ ਸਟੋਰ ਜਿੱਥੇ ਕਿ ਬਹੁਤ ਵੈਰਾਈਟੀ ਦੀਆਂ ਚੀਜ਼ਾਂ ਮਿਲਦੀਆਂ ਹਨ। ਸੋ ਇਹ ਸਾਰੀ ਲਿਸਟ ਨੇ ਬੇਸਡ ਔਨ ਮਰਚੈਂਡਾਈਜ਼ ਆਫਰਡ, ਕਿ ਕਿਸ ਤਰ੍ਹਾਂ ਦਾ ਸਾਡਾ ਵਪਾਰ ਹੈ ਅਤੇ ਕਿਸ ਤਰ੍ਹਾਂ ਦੀ ਦੁਕਾਨ ਹੈ, ਉਸ ਅਕੋਰਡਿੰਗ ਇਹਨੂੰ ਵੰਡਿਆ ਗਿਆ ਹੈ। ਫਿਰ ਉਸ ਤੋਂ ਬਾਅਦ ਅਸੀਂ ਗੱਲ ਕਰਦੇ ਹਾਂ ਬੇਸਡ ਔਨ ਓਨਰਸ਼ਿਪ ਦੇ ਅਕੋਰਡਿੰਗ, ਕਿ ਕਿੱਦਾਂ ਦੀ ਓਨਰਸ਼ਿਪ ਹੈ, ਕਿ ਮਲਕੀਅਤ ਦੇ ਅਕੋਰਡਿੰਗ ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਇੰਡੀਪੈਂਡੈਂਟ ਰਿਟੇਲਰ ਉਹ ਹੁੰਦਾ ਹੈ ਕਿ ਜਿਹੜਾ ਇੰਡੀਪੈਂਡੈਂਟਲੀ ਕੰਮ ਕਰਦਾ ਹੈ, ਜਿਹੜਾ ਇਕੱਲਾ ਹੀ ਆਪਣਾ ਕੰਮ ਕਰਦਾ ਹੈ। ਫਿਰ ਉਸ ਤੋਂ ਬਾਅਦ ਆਉਂਦੇ ਨੇ ਕਾਰਪੋਰੇਟ ਰਿਟੇਲ ਚੇਨ ਜਿੱਦਾਂ ਬਿਜ਼ਨਸਿਸ ਹੁੰਦੇ ਨੇ, ਜਿੱਦਾਂ ਬੈਂਕਿੰਗ ਦੇ ਵਿੱਚ ਹੋ ਗਿਆ, ਜਿੱਦਾਂ ਪ੍ਰਾਈਵੇਟ ਬੈਂਕਸ ਨੇ, HDFC ਬੈਂਕ ਹੈ, ਐਕਸਿਸ ਬੈਂਕ ਨੇ, ਇਹ ਕਾਰਪੋਰੇਟ ਰਿਟੇਲ ਚੇਨਸ ਨੇ। ਜਾਂ ਜਿੱਦਾਂ ਅਸੀਂ ਬਾਟਾ ਹੋ ਗਿਆ, ਸ਼ੂਜ਼ ਹੋ ਗਏ, ਪਿਊਮਾ ਹੋ ਗਏ, ਐਡੀਡਾਸ ਬ੍ਰਾਂਡਸ ਹੋ ਗਏ, ਜਿਹੜੇ ਕਿ ਰਿਟੇਲ ਚੇਨ ਦੇ ਵਿੱਚ ਚੱਲਦੇ ਨੇ, ਜਿਹੜੇ ਹਰ ਜਗ੍ਹਾ 'ਤੇ ਮਤਲਬ ਓਨਰਸ਼ਿਪ ਦੇ ਹਿਸਾਬ ਨਾਲ ਇਹਨਾਂ ਦੀ ਅਲੱਗ-ਅਲੱਗ ਬ੍ਰਾਂਚਿਸ ਖੁੱਲ੍ਹੀਆਂ ਹੁੰਦੀਆਂ ਨੇ। ਫਿਰ ਆਉਂਦੇ ਨੇ ਫਰੈਂਚਾਈਜ਼ਿੰਗ ਹੁੰਦਾ ਬੇਟਾ, ਕਿ ਜਿੱਦਾਂ ਅਸੀਂ ਗੱਲ ਕਰਦੇ ਹਾਂ ਕਿ ਇੱਕ ਫਰੈਂਚਾਈਜ਼ਿੰਗ ਦੇ ਵਿੱਚ ਇੱਕ ਅਧਿਕਾਰ ਦੇਣ ਵਾਲਾ ਬੰਦਾ ਹੁੰਦਾ, ਕਿ ਜਿਹੜਾ ਆਪਣੇ ਨਾਮ ਦਾ ਅਧਿਕਾਰ ਕਿਸੇ ਵਿਅਕਤੀ ਨੂੰ ਦਿੰਦਾ ਹੈ। ਉਹ ਉਸ ਨਾਮ ਨੂੰ ਔਰ ਉਸ ਬ੍ਰਾਂਡ ਦੀਆਂ ਚੀਜ਼ਾਂ ਨੂੰ ਯੂਜ਼ ਕਰਨ ਦੇ ਲਈ ਉਸ ਅਧਿਕਾਰ ਦੇਣ ਵਾਲੇ ਨੂੰ ਕੁਝ ਸਾਲਾਨਾ ਅਮਾਊਂਟ ਪੇ ਕਰਦਾ ਹੈ ਅਤੇ ਉਸਦਾ ਨਾਮ ਯੂਜ਼ ਕਰਦਾ। ਜਿਵੇਂ ਕਿ ਇੰਡੀਆ ਦੇ ਵਿੱਚ ਬਾਹਰ ਦੀਆਂ ਫੂਡ ਚੇਨਸ ਮੈਕਡੋਨਲਡਸ ਔਰ ਡੋਮੀਨੋਜ਼ ਨੇ, ਉਹਨਾਂ ਨੇ ਮੈਕਡੋਨਲਡਸ ਔਰ ਡੋਮੀਨੋਜ਼ ਦੀਆਂ ਫਰੈਂਚਾਈਜ਼ਿਸ ਲਈਆਂ ਹੋਈਆਂ ਨੇ। ਉਹ ਉਹਨਾਂ ਦੇ ਨਾਲ ਐਗਰੀਮੈਂਟ ਤੈਅ ਕਰਦੇ ਨੇ ਔਰ ਉਹਨਾਂ ਨੂੰ ਸਾਲਾਨਾ ਉਸ ਚੀਜ਼ ਦਾ ਭੁਗਤਾਨ ਕਰਦੇ ਨੇ। ਉਸ ਐਗਰੀਮੈਂਟ ਦੇ ਅਕੋਰਡਿੰਗ ਉਹਨਾਂ ਨੇ ਉਸ ਫਰੈਂਚਾਈਜ਼ੀ ਦੇ ਜੋ ਵੀ ਰੂਲਸ ਐਂਡ ਰੈਗੂਲੇਸ਼ਨਸ ਹੈ, ਉਸ ਦੇ ਅਕੋਰਡਿੰਗ ਹੀ ਸਾਰੇ ਡੀਲਸ ਐਂਡ ਆਫਰਸ ਔਰ ਫੂਡ ਦਾ ਟੇਸਟ ਰੱਖਣਾ ਹੁੰਦਾ ਹੈ। ਦੈਨ ਆਉਂਦੇ ਕੰਜ਼ਿਊਮਰ ਕੋਆਪਰੇਟਿਵਸ। ਜਿਹੜੇ ਕੰਜ਼ਿਊਮਰ ਕੋਆਪਰੇਟਿਵਸ ਹੁੰਦੇ ਆ, ਕਿ ਗਾਹਕ ਨੇ ਆਪਣੀ ਸੁਵਿਧਾ ਦੇ ਲਈ ਗਾਹਕ ਕਰਮੀ ਸੁਸਾਇਟੀਜ਼ ਵਾਂਗ ਕੋਆਪਰੇਟਿਵਸ ਬਣਾਏ ਹੁੰਦੇ, ਜਿਹੜੇ ਕਿ ਗਾਹਕ ਜਿੱਦਾਂ ਹੁਣ ਕਿਸੇ ਸੁਸਾਇਟੀ ਦੇ ਵਿੱਚ ਉਹਨਾਂ ਨੇ ਗਾਹਕਾਂ ਵਾਸਤੇ ਸੁਵਿਧਾ ਕੇਂਦਰ ਦੇ ਅਕੋਰਡਿੰਗ ਬਣਾਇਆ ਹੋਵੇ, ਕਿ ਉੱਥੋਂ ਕੋਈ ਵੀ ਸਮਾਨ ਲੈ ਲੈਂਦੇ ਲੋਕੀ। ਸੋ ਉਹ ਇੱਕ ਪਰਟੀਕੂਲਰ ਏਰੀਆ ਦੇ ਵਿੱਚ ਇੱਕ ਸੁਸਾਇਟੀ ਦਾ ਕਿਸੇ ਸੁਸਾਇਟੀ ਦਾ ਓਨਡ ਵੀ ਹੋ ਸਕਦਾ ਆ, ਜਾਂ ਇੱਦਾਂ ਉਹਦੇ ਵਿੱਚ ਬਹੁਤ ਸਾਰੇ ਗਾਹਕ ਮੈਂਬਰ ਵੀ ਹੋ ਸਕਦੇ, ਜਿੱਥੋਂ ਕਿ ਉਹ ਆਪਣੇ ਏਰੀਆ ਦੀ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਸਮਾਨ ਖਰੀਦਦੇ ਹਨ। ਫਿਰ ਆਉਂਦੇ ਆ ਕੁਝ ਮਾਡਰਨ ਰਿਟੇਲਰਸ। ਅਦਰ ਮਾਡਰਨ ਰਿਟੇਲਰਸ ਦੇ ਵਿੱਚ ਆਉਂਦੇ ਈ ਰਿਟੇਲਰਸ ਦੇ ਵਿੱਚ ਰਾਜੇ ਆਉਂਦੇ ਆ, ਕਿ ਜਿੱਦਾਂ ਅਸੀਂ ਬੇਟਾ ਅਸੀਂ ਔਨਲਾਈਨ ਸ਼ਾਪਿੰਗ ਕਰਦੇ ਹਾਂ, ਉਹ ਸਾਰੇ ਈ ਰਿਟੇਲਰਸ ਨੇ। ਐਮਾਜ਼ੋਨ ਹੋ ਗਿਆ, ਜੈਬੋਂਗ ਹੋ ਗਿਆ, ਫਲਿੱਪਕਾਰਟ ਹੋ ਗਿਆ, ਮਿੰਤਰਾ, ਇਹ ਸਾਰੇ ਕਿਹੜੇ ਆ? ਈ ਰਿਟੇਲਰਸ ਨੇ। ਵੈਂਡਿੰਗ ਮਸ਼ੀਨਸ ਤੁਸੀਂ ਸਾਰਿਆਂ ਨੇ ਦੇਖੀਆਂ ਹੋਣੀਆਂ, ਕਿ ਜਦੋਂ ਅਸੀਂ ਏਅਰਪੋਰਟਸ ਵਗੈਰਾ 'ਤੇ ਜਾਂਦੇ ਹਾਂ, ਜਾਂ ਅਸੀਂ ਕਾਲਜਿਸ ਦੇ ਵਿੱਚ ਵੀ ਅੱਜ ਕੱਲ੍ਹ ਲੱਗ ਗਈਆਂ ਵੈਂਡਿੰਗ ਮਸ਼ੀਨਸ, ਕਿ ਤੁਸੀਂ ਉਹਦੇ ਵਿੱਚ ਕੋਇਨ ਪਾਓ ਤਾਂ ਜੋ ਵੀ ਅਗਰ ਤੁਸੀਂ ਕੋਲਡ ਡਰਿੰਕ ਲੈਣਾ ਆ, ਉਹ ਆਪਣੇ ਆਪ ਉਹਦੇ ਵਿੱਚ ਆ ਜਾਂਦਾ। ਈਵਨ ਉਹ ਚੇਂਜ ਵਗੈਰਾ ਵੀ ਉਹਦੇ ਵਿੱਚ ਆ ਜਾਂਦੀ। ਉਹ ਇੰਸਟਰਕਸ਼ਨ ਬੇਸਡ ਹੁੰਦੀਆਂ। ਆਟੋਮੇਟਡ ਰਿਟੇਲ ਸਟੋਰਸ ਵੀ ਹੁੰਦੇ ਨੇ, ਜਿਹਦੇ ਵਿੱਚ ਕਿ ਤੁਸੀਂ ਖੁਦ ਜਾ ਕੇ ਆਪਣੀ ਸ਼ਾਪਿੰਗ ਕਰਦੇ ਹੋ, ਔਰ ਤੁਸੀਂ ਆਪਣੀ ਬਿਲਿੰਗ ਵੀ ਖੁਦ ਹੀ ਕਰ ਸਕਦੇ ਹੋ। ਜੋ ਵੀ ਤੁਸੀਂ ਸਮਾਨ ਖਰੀਦਿਆ ਹੁੰਦਾ ਹੈ, ਉਹ ਇਲੈਕਟ੍ਰੋਨਿਕ ਪੈਡ 'ਤੇ ਸਕੈਨ ਹੁੰਦਾ ਰਹਿੰਦਾ, ਔਰ ਐਂਡ ਵਿੱਚ ਤੁਹਾਡਾ ਬਿੱਲ ਬਣ ਕੇ ਤੁਸੀਂ ਔਨਲਾਈਨ ਆਪਣਾ ਉੱਥੇ ਬਿੱਲ ਪੇ ਕਰ ਸਕਦੇ ਹੋ। ਸੋ ਇਹ ਸਾਰੇ ਨੇ ਰਿਟੇਲਰਸ ਦੀਆਂ ਕੁਝ ਟਾਈਪਸ। ਹੁਣ ਆਪਾਂ ਗੱਲ ਕਰਦੇ ਹਾਂ ਫੰਕਸ਼ਨਸ। ਇੱਕ ਪਰਚੂਨਕਾਰ ਜਿਹੜਾ ਵਿਕਰੇਤਾ ਆ, ਉਹਦੇ ਕੀ ਫੰਕਸ਼ਨਸ ਕੀ ਨੇ, ਉਹਦੇ ਕੰਮ ਕੀ ਨੇ? ਬ੍ਰੇਕਿੰਗ ਬਲਕ ਇਨਟੂ ਸਮਾਲ ਕੁਆਂਟੀਟੀਜ਼। ਜਿਹੜਾ ਅੰਤਿਮ ਖਪਤਕਾਰ ਹੈ, ਜਿਹੜਾ ਆਪਣੀ ਨਿੱਜੀ ਅਤੇ ਗੈਰ ਕਾਰੋਬਾਰੀ ਵਰਤੋਂ ਲਈ ਚੀਜ਼ ਖਰੀਦ ਰਿਹਾ ਹੈ, ਉਹ ਆਪਣੀ ਡੇਲੀ ਵਰਤੋਂ ਦੇ ਹਿਸਾਬ ਨਾਲ ਚੀਜ਼ ਖਰੀਦਦਾ ਹੈ। ਰੋਜ਼ਾਨਾ ਕੋਈ 15 ਦਿਨ ਦਾ ਰਾਸ਼ਨ ਲੈਂਦਾ ਹੈ, ਕੋਈ 30 ਦਿਨ ਦਾ ਲੈ ਲੈਂਦਾ ਹੈ, ਕੋਈ 10 ਦਿਨ ਦਾ ਲੈਂਦਾ ਹੈ। ਸੋ ਉਸ ਅਕੋਰਡਿੰਗ ਜਿਹੜਾ ਰਿਟੇਲਰ ਹੈ, ਉਹਨੂੰ ਬਲਕ ਦੇ ਸਮਾਨ ਨੂੰ ਛੋਟੇ ਪੋਰਸ਼ਨਸ ਦੇ ਵਿੱਚ ਵੰਡਣਾ ਚਾਹੀਦਾ ਹੈ। ਜਿਵੇਂ ਅਸੀਂ ਕਿਰਾਨਾ ਸਟੋਰ 'ਤੇ ਜਾਂਦੇ ਹਾਂ, ਉੱਥੇ ਅਗਰ ਅਸੀਂ ਦਾਲ ਲੈਣੀ ਹੈ ਤਾਂ ਅਸੀਂ
ਅੱਧਾ ਕਿਲੋ ਦੀ ਪੈਕਿੰਗ ਵੀ ਲੈ ਸਕਦੇ, ਅਸੀਂ ਕਿਲੋ ਦੀ ਪੈਕਿੰਗ ਵੀ ਲੈ ਸਕਦੇ ਹਾਂ। ਸੋ ਉਹਨੇ ਗਾਹਕ ਦੀਆਂ ਜ਼ਰੂਰਤਾਂ ਦੇ ਅਕੋਰਡਿੰਗ ਉਸ ਹਿਸਾਬ ਨਾਲ ਅਮਾਊਂਟਸ ਬਣਾਏ ਹੁੰਦੇ ਆ। ਪ੍ਰੋਵਾਈਡਿੰਗ ਪ੍ਰੋਡਕਟਸ ਇਨਫੋਰਮੇਸ਼ਨ ਟੂ ਕਸਟਮਰਸ, ਜਿਹੜਾ ਰਿਟੇਲਰ ਆ ਉਹਦਾ ਫਰਜ਼ ਬਣਦਾ ਹੈ ਕਿ ਜਿਹੜਾ ਵੀ ਪ੍ਰੋਡਕਟ ਕਸਟਮਰ ਖਰੀਦ ਰਿਹਾ ਹੈ ਜਾਂ ਉਸ ਤੋਂ ਇਲਾਵਾ ਅਗਰ ਉਹਨੂੰ ਕੋਈ ਨਵਾਂ ਪ੍ਰੋਡਕਟ ਕਸਟਮਰ ਨੂੰ ਇੰਟਰੋਡਿਊਸ ਕਰ ਰਿਹਾ, ਸੋ ਉਸ ਪ੍ਰੋਡਕਟ ਦੀ ਪੂਰੀ ਇਨਫੋਰਮੇਸ਼ਨ ਕਸਟਮਰ ਨੂੰ ਦੇਵੇ। ਪ੍ਰੋਵਾਈਡਿੰਗ ਕਸਟਮਰ ਸਰਵਿਸਿਜ਼, ਉਹ ਕਸਟਮਰ ਨੂੰ ਉਹਨੂੰ ਸਰਵਿਸਿਜ਼ ਪ੍ਰੋਵਾਈਡ ਕਰਨੀਆਂ ਚਾਹੀਦੀਆਂ ਹੈ। ਕਸਟਮਰ ਸਰਵਿਸ ਦੇ ਵਿੱਚ ਬਹੁਤ ਕੁਛ ਆ ਜਾਂਦਾ ਹੈ ਕਿ ਕਸਟਮਰ ਨਾਲ ਸਹੀ ਤਰੀਕੇ ਨਾਲ ਗੱਲਬਾਤ ਕਰਨੀ। ਅਗਰ ਉਹ ਕੋਈ ਇਲੈਕਟ੍ਰੋਨਿਕ ਆਈਟਮ ਲੈ ਰਿਹਾ ਹੈ ਤਾਂ ਉਹਨੂੰ ਚਲਾਉਣ ਦੇ ਵਿੱਚ ਇੱਕ ਤਰ੍ਹਾਂ ਦਾ ਡੈਮੋ ਦੇਣਾ, ਉਹਨੂੰ ਇਨਫੋਰਮੇਸ਼ਨ ਦੇਣੀ ਕੋਈ ਵੀ ਚੀਜ਼ ਹੈ। ਸੋ ਉਸ ਅਕੋਰਡਿੰਗ ਕਸਟਮਰ ਸਰਵਿਸ ਦੇਣੀ। ਕ੍ਰੀਏਟਿੰਗ ਅ ਕਨਵੀਨੀਐਂਟ, ਕੰਫਰਟੇਬਲ ਐਂਡ ਪਲੈਜ਼ੈਂਟ ਸ਼ੋਪਿੰਗ ਐਕਸਪੀਰੀਅੰਸ ਫॉर ਕੰਜ਼ਿਊਮਰਸ, ਉਸ ਦਾ ਫਰਜ਼ ਬਣਦਾ ਹੈ ਕਿ ਉਹ ਇੱਕ ਤਰ੍ਹਾਂ ਦਾ ਕੰਫਰਟੇਬਲ ਮਾਹੌਲ ਅਤੇ ਪਲੈਜ਼ੈਂਟ ਸ਼ੋਪਿੰਗ ਐਕਸਪੀਰੀਅੰਸ ਦੇਵੇ ਆਪਣੇ ਕੰਜ਼ਿਊਮਰਸ ਨੂੰ, ਤਾਂ ਕਿ ਉਹ ਦੁਬਾਰਾ ਫਿਰ ਉਸ ਦੀ ਦੁਕਾਨ 'ਤੇ ਵਿਜ਼ਿਟ ਕਰਨ। ਪ੍ਰੋਵਾਈਡਿੰਗ ਫੀਡਬੈਕ ਟੂ ਪ੍ਰੋਡਿਊਸਰਸ ਅਬਾਊਟ ਕਸਟਮਰ ਨੀਡਸ, ਜਿਹੜੇ ਵੀ ਪ੍ਰੋਡਿਊਸਰ ਤੋਂ ਜਾਂ ਜਿਹੜੇ ਵੀ ਵਿਕਰੇਤਾ ਤੋਂ ਸਮਾਨ ਖਰੀਦ ਰਿਹਾ ਹੈ, ਵਪਾਰੀ ਤੋਂ ਸਮਾਨ ਖਰੀਦ ਰਿਹਾ ਹੈ, ਸੋ ਉਸਨੂੰ ਗਾਹਕ ਦੀਆਂ ਜ਼ਰੂਰਤਾਂ ਬਾਰੇ ਪ੍ਰੋਪਰ ਫੀਡਬੈਕ ਦੇਵੇ ਤਾਂ ਕਿ ਜਿਹੜਾ ਪ੍ਰੋਡਿਊਸਰ ਆ ਆਪਣੀ ਪ੍ਰੋਡਕਸ਼ਨ ਨੂੰ ਉਸ ਅਕੋਰਡਿੰਗ ਸਹੀ ਕਰ ਸਕੇ। ਫਿਰ ਆਉਂਦੇ ਆ ਬੇਟਾ ਅਸੈਂਸ਼ੀਅਲ ਰਿਕੁਆਇਰਮੈਂਟਸ ਆਫ ਰਿਟੇਲਰਸ, ਜਿਹੜਾ ਰਿਟੇਲਰ ਆ ਉਸ ਦੀਆਂ ਰਿਕੁਆਇਰਮੈਂਟਸ ਕੀ ਆ, ਉਸ ਦੀਆਂ ਕੀ ਆਵਸ਼ਕਤਾਵਾਂ ਹਨ, ਉਸ ਦੀਆਂ ਕੀ ਜ਼ਰੂਰਤਾਂ ਹਨ। ਐਸਟੈਬਲਿਸ਼ ਅ ਸ਼ਾਪ ਵੇਅਰ ਕਸਟਮਰਸ ਆਰ ਅਟਰੈਕਟਡ, ਕਹਿੰਦੇ ਕਿ ਜਿਹੜਾ ਰਿਟੇਲਰ ਆ ਉਹਨੂੰ ਉਸ ਜਗ੍ਹਾ 'ਤੇ ਦੁਕਾਨ ਬਣਾਉਣੀ ਚਾਹੀਦੀ ਹੈ, ਸਥਾਪਿਤ ਕਰਨੀ ਚਾਹੀਦੀ ਹੈ ਜਿੱਥੇ ਕਿ ਉਹਦੇ ਗਾਹਕ ਆਕਰਸ਼ਿਤ ਹੋ ਕੇ ਆਉਣ। ਸਟਾਕ ਦਾ ਗੁੱਡਸ ਵਿਚ ਆਰ ਨੀਡਡ ਬਾਏ ਦਾ ਕਸਟਮਰਸ, ਉਸਨੂੰ ਉਹਨਾਂ ਚੀਜ਼ਾਂ ਦਾ ਹੀ ਭੰਡਾਰਨ ਕਰਨਾ ਚਾਹੀਦਾ ਹੈ ਜਿਹੜੀਆਂ ਕਿ ਗਾਹਕ ਦੁਆਰਾ ਜਿਨ੍ਹਾਂ ਦੀ ਜ਼ਰੂਰਤ ਪੇਸ਼ ਕੀਤੀ ਜਾਂਦੀ ਹੈ। ਸੈਲ ਗੁੱਡ ਕੁਆਲਿਟੀ ਗੁੱਡਸ ਐਟ ਕੰਪੀਟੀਟਿਵ ਪ੍ਰਾਈਸਿਸ, ਉਸਨੂੰ ਕੁਆਲਿਟੀ ਗੁੱਡਸ ਸਹੀ ਕੀਮਤ 'ਤੇ ਵੇਚਣੀਆਂ ਚਾਹੀਦੀਆਂ ਹਨ ਤਾਂ ਕਿ ਜਿਹੜਾ ਉਹਦਾ ਗਾਹਕ ਆ ਉਹਦੀ ਦੁਕਾਨ ਛੱਡ ਕੇ ਕਿਸੇ ਹੋਰ ਦੁਕਾਨ 'ਤੇ ਨਾ ਜਾਵੇ। ਬੀ ਅਪ ਟੂ ਡੇਟ ਅਬਾਊਟ ਦਾ ਲੇਟੈਸਟ ਟਰੈਂਡਸ ਇਨ ਦਾ ਮਾਰਕੀਟ, ਉਹਨੂੰ ਦੁਕਾਨ ਦੇ ਵਿੱਚ ਉਹੀ ਸਮਾਨ ਰੱਖਣਾ ਚਾਹੀਦਾ ਜਿਹੜਾ ਲੇਟੈਸਟ ਟਰੈਂਡ ਦੇ ਅਕੋਰਡਿੰਗ ਹੋਵੇ। ਸੋ ਉਹਦੇ ਲਈ ਉਸਨੂੰ ਪੂਰੀ ਤਰ੍ਹਾਂ ਅਪ ਟੂ ਡੇਟ ਰਹਿਣਾ ਚਾਹੀਦਾ ਕਿ ਮਾਰਕੀਟ ਦੇ ਵਿੱਚ ਕਿਹੜਾ ਫੈਸ਼ਨ, ਕਿਹੜਾ ਟਰੈਂਡ ਚੱਲ ਰਿਹਾ ਹੈ। ਐਨਸ਼ਿਓਰ ਵਿੰਡੋ ਐਂਡ ਕਾਊਂਟਰ ਡਿਸਪਲੇ ਟੂ ਪ੍ਰਮੋਟ ਸੇਲਸ, ਉਹਨੂੰ ਵਿੰਡੋ ਸ਼ਾਪਿੰਗ ਲਈ ਔਰ ਆਪਣੇ ਕਾਊਂਟਰ 'ਤੇ ਵੀ ਚੰਗੀ ਤਰ੍ਹਾਂ ਡਿਸਪਲੇ ਕਰਨਾ ਚਾਹੀਦਾ ਹੈ ਤਾਂ ਕਿ ਉਹਦੀਆਂ ਸੇਲਸ ਪ੍ਰਮੋਟ ਹੋ ਸਕਣ। ਆਲਵੇਜ਼ ਬੀ ਅਸੈਸੀਬਲ ਟੂ ਕਸਟਮਰਸ, ਉਹਨੂੰ ਹਮੇਸ਼ਾ ਹੀ ਆਪਣੇ ਗਾਹਕ ਦੇ ਲਈ ਮੌਜੂਦ ਹੋਣਾ ਚਾਹੀਦਾ ਹੈ। ਉਸ ਦੀ ਮੌਜੂਦਗੀ ਗਾਹਕ ਨੂੰ ਉਸ ਦੁਕਾਨ ਦੇ ਪ੍ਰਤੀ ਇੱਕ ਪੋਜ਼ੀਟਿਵ ਐਟੀਟਿਊਡ ਦੇਗੀ, ਕਿਉਂਕਿ ਅਗਰ ਉਹ ਆਪਣੀ ਦੁਕਾਨ 'ਤੇ ਹਮੇਸ਼ਾ ਅਵੇਲੇਬਲ ਹੋਏਗਾ ਤਾਂ ਗਾਹਕ ਨੂੰ ਖਰੀਦਦਾਰੀ ਕਰਨ ਦੇ ਵਿੱਚ ਬਹੁਤ ਜ਼ਿਆਦਾ ਆਸਾਨੀ ਹੋਏਗੀ। ਫਿਰ ਇਸ ਤੋਂ ਬਾਅਦ ਆਉਂਦਾ ਰਿਟੇਲਰ ਸਰਵਿਸਿਜ਼ ਟੂ ਕਸਟਮਰਸ, ਰਿਟੇਲਰ ਗਾਹਕ ਨੂੰ ਕਿਹੜੀਆਂ ਸਰਵਿਸਿਜ਼ ਸੇਵਾਵਾਂ ਦਿੰਦਾ ਹੈ। ਸੈਲਿੰਗ ਆਫ ਗੁੱਡਸ ਇਨ ਲਿਟਲ ਕੁਆਂਟੀਟੀਜ਼ ਐਜ਼ ਪਰ ਦੇਅਰ ਨੀਡਸ ਐਟ ਰੀਜ਼ਨੇਬਲ ਪ੍ਰਾਈਸਿਸ, ਉਹਨਾਂ ਨੂੰ ਸਹੀ ਕੀਮਤ 'ਤੇ ਉਹਨਾਂ ਦੀ ਲੋੜੀਂਦੀ ਮਾਤਰਾ ਦੇ ਵਿੱਚ ਚੀਜ਼ਾਂ ਵੇਚਣੀਆਂ। ਮੀਟਿੰਗ ਦਾ ਕੰਜ਼ਿਊਮਰ ਡਿਮਾਂਡ ਐਂਡ ਮੇਕਿੰਗ ਅਵੇਲੇਬਲ ਦਾ ਰਿਕੁਆਇਰਡ ਸਟਾਕ, ਉਹਦਾ ਫਰਜ਼ ਹੁੰਦਾ ਹੈ ਕਿ ਉਹ ਕੰਜ਼ਿਊਮਰ ਦੀ ਮੰਗ ਪੂਰੀ ਕਰੇ ਅਤੇ ਲੋੜੀਂਦਾ ਸਟਾਕ ਉੱਥੇ ਅਵੇਲੇਬਲ ਕਰਾਵੇ। ਪ੍ਰੋਵਾਈਡਿੰਗ ਦਾ ਕੰਜ਼ਿਊਮਰ ਨੈਸੈਸਰੀ ਇਨਫੋਰਮੇਸ਼ਨ ਫॉर ਬਾਇੰਗ ਗੁੱਡਸ, ਉਸ ਦਾ ਫਰਜ਼ ਬਣਦਾ ਹੈ ਕਿ ਕੰਜ਼ਿਊਮਰ ਨੂੰ ਨੈਸੈਸਰੀ ਇਨਫੋਰਮੇਸ਼ਨ ਦੇਵੇ ਤਾਂ ਕਿ ਜੋ ਵੀ ਗਾਹਕ ਆ ਚੀਜ਼ ਨੂੰ ਖਰੀਦਣ ਦੇ ਲਈ ਮੰਨ ਜਾਵੇ। ਗਾਈਡਿੰਗ ਔਨ ਰਿਪਲੇਸਮੈਂਟ ਕੰਡੀਸ਼ਨਸ ਫॉर ਦਾ ਡੈਮੇਜਿਸ, ਅਗਰ ਕਿਸੇ ਕੇਸ ਦੇ ਵਿੱਚ ਕੋਈ ਚੀਜ਼ ਖਰਾਬ ਨਿਕਲਦੀ ਹੈ ਤਾਂ ਸਹੀ ਕੰਡੀਸ਼ਨ ਦੇ ਵਿੱਚ ਜਿੱਥੇ ਉਹਨੂੰ ਸਹੀ ਲੱਗਦਾ ਹੈ ਉਸਨੂੰ ਚੀਜ਼ ਦੀ ਵਾਪਸੀ ਵੀ ਕਰਨੀ ਚਾਹੀਦੀ ਹੈ ਔਰ ਖਰਾਬ ਚੀਜ਼ ਨੂੰ ਐਕਸਚੇਂਜ ਵੀ ਕਰਨਾ ਚਾਹੀਦਾ ਹੈ। ਡਿਸਪਲੇਇੰਗ ਐਂਡ ਡੈਮੋਸਟ੍ਰੇਟਿੰਗ ਗੁੱਡਸ ਟੂ ਅਟਰੈਕਟ ਦਾ ਕੰਜ਼ਿਊਮਰਸ, ਉਸਨੂੰ ਚੀਜ਼ਾਂ ਨੂੰ ਵਧੀਆ ਤਰੀਕੇ ਨਾਲ ਡਿਸਪਲੇ ਔਰ ਉਹਨਾਂ ਦਾ ਵਿਵਰਣ ਚੰਗੀ ਤਰ੍ਹਾਂ ਕਰਨਾ ਚਾਹੀਦਾ ਹੈ ਤਾਂ ਕਿ ਜਿਹੜਾ ਗਾਹਕ ਅਟਰੈਕਟ ਹੋ ਸਕੇ। ਐਂਡ ਆਫਰਿੰਗ ਕ੍ਰੈਡਿਟ ਫੈਸਿਲਿਟੀ ਟੂ ਰੈਗੂਲਰ ਐਂਡ ਰਿਲਾਇਬਲ ਕਸਟਮਰਸ, ਉਸਨੂੰ ਉਧਾਰ ਦੀ ਸੁਵਿਧਾ ਆਪਣੇ ਰੈਗੂਲਰ ਗਾਹਕਾਂ ਨੂੰ ਦੇਣੀ ਚਾਹੀਦੀ ਹੈ ਤਾਂ ਕਿ ਉਹ ਉਹਦੀ ਦੁਕਾਨ ਦੇ ਨਾਲ ਜੁੜੇ ਰਹਿਣ। ਸੈਸ਼ਨ 2 ਇਹਦੇ ਵਿੱਚ ਅਸੀਂ ਗੱਲ ਕਰਾਂਗੇ ਸੇਲਸ ਐਸੋਸੀਏਟ ਸਰਵਿਸਿਜ਼ ਟੂ ਕਸਟਮਰਸ, ਕਿ ਜਿਹੜਾ ਸੇਲਸ ਐਸੋਸੀਏਟ ਹੈ ਉਹ ਕਸਟਮਰਸ ਨੂੰ ਕੀ ਸਰਵਿਸਿਜ਼ ਦਿੰਦਾ ਹੈ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕੰਸੈਪਟ ਆਫ ਕਸਟਮਰ, ਕਿ ਗਾਹਕ ਕੀ ਹੁੰਦਾ ਹੈ। ਇਨ ਬਿਜ਼ਨਸ ਐਂਡ ਕਮਰਸ ਏ ਕਸਟਮਰ ਇਜ਼ ਐਨ ਇੰਡੀਵਿਜੂਅਲ ਔਰ ਬਿਜ਼ਨਸ ਦੈਟ ਪਰਚੇਜ਼ਿਜ਼ ਦ ਗੁੱਡਸ ਔਰ ਸਰਵਿਸਿਜ਼ produced by a business. Customers may belong to two broad segments: an entrepreneur who purchases goods for resale, an end user who does not sell but is the actual consumer of the goods. ਕਹਿੰਦੇ ਬਿਜ਼ਨਸ ਔਰ ਕਮਰਸ ਦੇ ਵਿੱਚ ਅਸੀਂ ਗਾਹਕ ਨੂੰ ਉਹ ਪਰਸਨ ਜਾਂ ਬਿਜ਼ਨਸ ਆਰਗੇਨਾਈਜੇਸ਼ਨ ਕਹਿੰਦੇ ਆ ਕਿ ਜਿਹੜਾ ਕਿ ਇੱਕ ਮੈਨੂਫੈਕਚਰਰ ਦੇ ਕੋਲੋਂ ਜਾਂ ਇੱਕ ਵਿਕਰੇਤਾ ਦੇ ਕੋਲੋਂ ਸਮਾਨ ਖਰੀਦਦਾ ਹੈ। ਹੁਣ ਜਿਹੜਾ ਕਸਟਮਰ ਆ ਦੋ ਤਰ੍ਹਾਂ ਦਾ ਹੋ ਸਕਦਾ, ਉਹ ਵਿਅਕਤੀ ਰਿਟੇਲਰ ਜਿਹੜਾ ਕਿ ਵਸਤੂਆਂ ਖਰੀਦਦਾ ਹੈ ਗਾਂ ਵੇਚਣ ਦੇ ਲਈ, ਅਤੇ ਇੱਕ ਉਹ ਐਂਡ ਯੂਜ਼ਰ ਅੰਤਿਮ ਖਪਤਕਾਰ ਜਿਹੜਾ ਕਿ ਵਸਤੂਆਂ ਖਰੀਦਦਾ ਹੈ ਅੱਗੇ ਵੇਚਣ ਲਈ ਨਹੀਂ ਪਰ ਆਪਣੇ ਕੰਜ਼ਿਊਮਰ ਦੀ ਲੋੜ ਦੇ ਲਈ, ਆਪਣੇ
ਗੁੱਡਸ ਨੂੰ ਕੰਜ਼ਿਊਮ ਕਰਨ ਦੇ ਲਈ, ਕੰਜ਼ਿਊਮ ਕਰਨ ਦੀ ਲੋੜ ਨੂੰ ਪੂਰੀ ਕਰਨ ਦੇ ਲਈ। ਹੁਣ ਅਸੀਂ ਗੱਲ ਕਰਦੇ ਹਾਂ ਡਿਫਰੈਂਸ ਬਿਟਵੀਨ ਕੰਜ਼ਿਊਮਰ ਐਂਡ ਕਸਟਮਰ। ਕੰਜ਼ਿਊਮਰ ਐਂਡ ਕਸਟਮਰ ਦੇ ਵਿੱਚ ਬੜਾ ਛੋਟਾ ਜਿਹਾ ਡਿਫਰੈਂਸ ਹੈ। ਵਨ ਹੂ ਬਾਇਜ਼ ਗੁੱਡਸ ਇਜ਼ ਅ ਕਸਟਮਰ, ਜਿਹੜਾ ਖਰੀਦਦਾ ਹੈ ਉਹ ਕਸਟਮਰ ਹੈ, ਜਿਹੜਾ ਕੰਜ਼ਿਊਮ ਕਰਦਾ ਹੈ ਉਹ ਕੰਜ਼ਿਊਮਰ ਹੈ। ਫੋਰ ਐਗਜ਼ਾਮਪਲ ਕਿ ਤੁਹਾਡੇ ਫਾਦਰ ਨੇ ਸਬਜ਼ੀ ਖਰੀਦੀ ਤੁਹਾਡੇ ਘਰ ਵਾਸਤੇ, ਸੋ ਸਬਜ਼ੀ ਖਰੀਦਣ ਵੇਲੇ ਤੁਹਾਡੇ ਫਾਦਰ ਖਰੀਦਦਾਰ ਨੇ, ਪਰ ਉਹਨਾਂ ਨੇ ਘਰ ਆ ਕੇ ਉਹੀ ਸਬਜ਼ੀ ਖਾਧੀ ਵੀ ਹੈ, ਸੋ ਉਹ ਖਪਤਕਾਰ ਨੇ। ਪਰ ਤੁਸੀਂ ਜਿਨ੍ਹਾਂ ਨੇ ਘਰ ਬੈਠ ਕੇ ਸਬਜ਼ੀ ਖਾਧੀ ਹੈ ਤੁਸੀਂ ਕੰਜ਼ਿਊਮਰ ਹੋ। ਜਿਹਨੇ ਉਸ ਚੀਜ਼ ਨੂੰ ਕੰਜ਼ਿਊਮ ਕੀਤਾ ਹੈ ਉਹ ਕੰਜ਼ਿਊਮਰ ਹੈ, ਜਿਹਨੇ ਖਰੀਦਿਆ ਹੈ ਉਹ ਕਸਟਮਰ ਹੈ। ਔਰ ਜਿਹੜੇ ਤੁਹਾਡੇ ਇਸ ਐਗਜ਼ਾਮਪਲ ਦੇ ਅਕੋਰਡਿੰਗ ਤੁਹਾਡੇ ਫਾਦਰ ਨੇ ਉਹ ਕਸਟਮਰ ਔਰ ਕੰਜ਼ਿਊਮਰ ਦੋਨੋਂ ਨੇ। ਹੁਣ ਇਹਦੇ ਵਿੱਚ ਅਸੀਂ ਇੱਕ ਬਿਜ਼ਨਸ ਦੇ ਅਕੋਰਡਿੰਗ ਅਗਰ ਕੰਜ਼ਿਊਮਰ ਔਰ ਕਸਟਮਰ ਦਾ ਡਿਫਰੈਂਸ ਦੇਖੀਏ ਤਾਂ ਜਿਹੜਾ ਰਿਟੇਲਰ ਹੈ ਉਹ ਵਪਾਰੀਆਂ ਤੋਂ ਸਮਾਨ ਖਰੀਦਦਾ ਹੈ ਗਾਹਕ ਨੂੰ ਵੇਚਣ ਦੇ ਲਈ, ਸੋ ਜਿਹੜਾ ਰਿਟੇਲਰ ਹੈ ਉਹ ਕੀ ਹੈ, ਕਸਟਮਰ। ਅਤੇ ਅਸੀਂ ਨਿੱਜੀ ਵਰਤੋਂ ਦੇ ਲਈ ਜਿਹੜਾ ਸਮਾਨ ਖਰੀਦ ਰਹੇ ਹਾਂ ਜਿਹੜੇ ਕੰਜ਼ਿਊਮਰ ਨੇ ਉਹ ਕੀ ਆ, ਕੰਜ਼ਿਊਮਰ। ਠੀਕ ਹੈ ਬੇਟਾ। ਹੁਣ ਆਪਾਂ ਗੱਲ ਕਰਾਂਗੇ ਟਾਈਪਸ ਆਫ ਕਸਟਮਰਸ ਦੀ, ਕਿ ਕਸਟਮਰ ਕਿਹੜੇ ਕਿਹੜੇ ਟਾਈਪ ਦੇ ਹੁੰਦੇ ਹਨ। ਲੋਇਲ ਕਸਟਮਰਸ, ਲੋਇਲ ਕਸਟਮਰਸ ਉਹ ਹੁੰਦੇ ਹਨ ਕਿ ਜਿਹੜੇ ਹਮੇਸ਼ਾ ਹੀ ਤੁਹਾਡੀ ਸ਼ੌਪ 'ਤੇ ਆਉਂਦੇ ਹਨ, ਜਿਨ੍ਹਾਂ ਨੂੰ ਤੁਹਾਡੀ ਸ਼ੌਪ 'ਤੇ ਆਉਣਾ ਹੀ ਪਸੰਦ ਹੋ ਜਾਂਦਾ ਹੈ, ਉਹਨਾਂ ਨੂੰ ਅਸੀਂ ਲੋਇਲ ਕਸਟਮਰਸ ਕਹਾਂਗੇ। ਕਿ ਜਿਹੜੇ ਕਿ ਅਗਰ ਕੋਈ ਚੀਜ਼ ਅਗਰ ਤੁਹਾਡੀ ਸ਼ੌਪ 'ਤੇ ਨਹੀਂ ਵੀ ਅਵੇਲੇਬਲ ਹੋਏਗੀ ਉਹ ਕਹਿਣਗੇ ਕਿ ਤੁਸੀਂ ਸਾਨੂੰ ਮੰਗਵਾ ਦਿਓ, ਅਸੀਂ ਅਗਲੇ ਵਿਜ਼ਿਟ ਦੇ ਵਿੱਚ ਲੈ ਜਾਵਾਂਗੇ। ਫਿਰ ਆਉਂਦੇ ਨੇ ਡਿਸਕਾਊਂਟ ਕਸਟਮਰਸ। ਡਿਸਕਾਊਂਟ ਕਸਟਮਰਸ ਉਹ ਕਸਟਮਰਸ ਹੁੰਦੇ ਹਨ ਜਿਹੜੇ ਕਿ ਡਿਸਕਾਊਂਟ, ਜਿੱਥੇ ਵੀ ਡਿਸਕਾਊਂਟ ਲੱਗਾ ਹੁੰਦਾ ਹੈ ਉੱਥੇ ਪ੍ਰੈਫਰੈਂਸ ਕਰਦੇ ਆ। ਉਹ ਕੋਈ ਇੱਕ ਸ਼ੌਪ ਨਹੀਂ ਦੇਖਦੇ, ਉਹ ਦੇਖਦੇ ਕਿ ਜਿੱਥੇ ਵੀ ਡਿਸਕਾਊਂਟ ਲੱਗਾ ਆ, ਕਿਉਂਕਿ ਉਹ ਆਪਣੀ ਪੋਕਿਟ ਨੂੰ ਜ਼ਿਆਦਾ ਧਿਆਨ ਦਿੰਦੇ ਆ, ਕਿ ਉਹਨਾਂ ਨੇ ਆਪਣਾ ਬਜਟ ਦੇਖਣਾ ਹੁੰਦਾ ਹੈ। ਉਹਨਾਂ ਨੂੰ ਇਹ ਹੁੰਦਾ ਕਿ ਅਗਰ ਕਿਤੇ ਉਹ ਸਾਨੂੰ ਚੀਜ਼, ਅੱਛੀ ਚੀਜ਼ ਘੱਟ ਰੇਟ 'ਤੇ ਮਿਲ ਰਹੀ ਹੈ ਦੈਨ ਉਹ ਕਿਸੇ ਵੀ ਹੋਰ ਸ਼ੌਪ 'ਤੇ ਜਾ ਸਕਦੇ ਆ। ਫਿਰ ਆਉਂਦੇ ਇੰਪਲਸਿਵ ਕਸਟਮਰਸ। ਇੰਪਲਸਿਵ ਕਸਟਮਰਸ ਬੇਟਾ ਉਹ ਹੁੰਦੇ ਹਨ ਜਿਹੜੇ ਕਿ ਬੜੇ ਹੀ ਆਵੇਗ ਦੇ ਵਿੱਚ ਆ ਕੇ ਸ਼ੋਪਿੰਗ ਕਰਦੇ ਹਨ। ਇੰਪਲਸਿਵ, ਉਹਨਾਂ ਨੂੰ ਜਿੱਥੇ ਵੀ ਚੀਜ਼ ਪਸੰਦ ਆਉਂਦੀ ਹੈ ਬੀ ਇਟ ਐਨੀ ਸ਼ੋਪ, ਉਹਨਾਂ ਨੇ ਕਿਤੇੋਂ ਵੀ ਜਾ ਕੇ ਉਸ ਚੀਜ਼ ਨੂੰ ਖਰੀਦ ਲੈਣਾ ਹੁੰਦਾ ਹੈ, ਉਹ ਇੰਪਲਸਿਵ ਕਸਟਮਰਸ ਹੁੰਦੇ ਹਨ। ਫਿਰ ਆਉਂਦੇ ਆ ਨੀਡ ਬੇਸਡ ਕਸਟਮਰਸ। ਕੁਝ ਕਸਟਮਰਸ ਹੁੰਦੇ ਆ ਕਿ ਉਹ ਸ਼ੋਪਿੰਗ ਸਿਰਫ ਉਦੋਂ ਹੀ ਕਰਦੇ ਹਨ ਜਦੋਂ ਉਹਨਾਂ ਨੂੰ ਕੋਈ ਨੀਡ ਹੋਵੇ, ਸੋ ਨੀਡ ਬੇਸਡ ਕਸਟਮਰਸ ਆ। ਨੀਡ ਬੇਸਡ ਕਸਟਮਰਸ ਵੀ ਜ਼ਿਆਦਾਤਰ ਉਹਨਾਂ ਹੀ ਸ਼ੋਪਸ 'ਤੇ ਜਾਂਦੇ ਹਨ ਜਿੱਥੇ ਕਿ ਉਹਨਾਂ ਨੂੰ ਵਧੀਆ ਡਿਸਕਾਊਂਟ ਔਰ ਸਹੀ ਰੇਟ ਮਿਲੇ। ਫਿਰ ਆਉਂਦੇ ਆ ਵਾਂਡਰਿੰਗ ਕਸਟਮਰਸ। ਵਾਂਡਰਿੰਗ ਕਸਟਮਰਸ ਉਹ ਕਸਟਮਰਸ ਹੁੰਦੇ ਹਨ ਜਿਹੜੇ ਕਿ ਹਰ ਇੱਕ ਜਗ੍ਹਾ 'ਤੇ ਘੁੰਮ ਕੇ ਫਿਰ ਦੇਖਦੇ ਹਨ ਕਿ ਉਹਨਾਂ ਨੂੰ ਬੈਸਟ ਪ੍ਰਾਈਸ ਕਿਹੜੀ ਜਗ੍ਹਾ 'ਤੇ ਮਿਲਿਆ, ਫਿਰ ਉਸ ਜਗ੍ਹਾ ਤੋਂ ਖਰੀਦਦੇ ਹਨ। ਉਹ ਕਿਸੇ ਵੀ ਇੱਕ ਜਗ੍ਹਾ 'ਤੇ ਪੱਕੇ ਗਾਹਕ ਨਹੀਂ ਬਣਦੇ। ਫਿਰ ਆਉਂਦਾ ਹੈ ਕੰਸੈਪਟ ਆਫ ਕਸਟਮਰ ਸਰਵਿਸ। ਜਦੋਂ ਹੁਣ ਅਸੀਂ ਕਸਟਮਰਸ ਦੀ ਗੱਲ ਕਰ ਰਹੇ ਹਾਂ, ਅਸੀਂ ਰਿਟੇਲਰ ਦੀ ਗੱਲ ਕਰ ਰਹੇ ਹਾਂ, ਸੋ ਉੱਥੇ ਕਸਟਮਰ ਸਰਵਿਸ ਨੂੰ ਅਸੀਂ ਪਿੱਛੇ ਨਹੀਂ ਛੱਡ ਸਕਦੇ। ਜਿਹੜੀ ਕਸਟਮਰ ਸਰਵਿਸ ਆ ਬਹੁਤ ਹੀ ਜ਼ਰੂਰੀ ਚੀਜ਼ ਹੈ। ਕਸਟਮਰ ਸਰਵਿਸ ਇਜ਼ ਆਲਵੇਜ਼ ਗੋਇੰਗ ਟੂ ਬੀ ਵਨ ਆਫ ਦਾ ਟੋਪ ਫੈਕਟਰਸ ਦੈਟ ਇੰਪੈਕਟ ਹਾਊ ਸ਼ੋਪਰਸ ਪਰਸੀਵ ਅ ਬ੍ਰਾਂਡ। ਕਹਿੰਦੇ ਕਸਟਮਰ ਸਰਵਿਸ ਆ ਇੱਕ ਮੇਨ ਚੀਜ਼ ਆ ਜਿਹਦੇ ਵਿੱਚ ਕੀ ਪਤਾ ਲੱਗਦਾ ਹੈ ਕਿ ਜਿਹੜੇ ਸ਼ੋਪਰਸ ਆ, ਸ਼ੋਪਿੰਗ ਕਰਨ ਵਾਲੇ ਆ, ਉਹ ਇੱਕ ਬ੍ਰਾਂਡ ਦੇ ਬਾਰੇ ਕੀ ਸੋਚਦੇ ਆ। ਇਟ ਇਜ਼ ਅ ਟਾਸਕ ਆਫ ਆਈਡੈਂਟੀਫਾਈਂਗ ਐਂਡ ਫੁਲਫਿਲਿੰਗ ਅ ਕਸਟਮਰਸ ਨੀਡ ਇਨ ਅ ਫਰੈਂਡਲੀ ਐਂਡ ਹੈਲਪਫੁਲ ਮੈਨਰ। ਰਿਟੇਲ ਕੰਜ਼ਿਊਮਰ ਸਰਵਿਸ ਇਜ਼ ਦ ਐਕਟ ਆਫ ਪ੍ਰੋਵਾਈਡਿੰਗ ਕਸਟਮਰਸ ਵਿਦ ਅਸਿਸਟੈਂਸ ਐਂਡ ਆਂਸਰਿੰਗ ਦੇਅਰ ਕੁਆਇਰੀਜ਼ ਐਂਡ ਹੈਲਪਿੰਗ ਦੈਮ ਸੋਲਵ ਪ੍ਰੋਬਲਮ। ਜਿਹੜੀ ਕਸਟਮਰ ਸਰਵਿਸ ਆ ਉਹਦੇ ਵਿੱਚ ਅਸੀਂ ਕਸਟਮਰ ਦੀ ਪ੍ਰੋਬਲਮਸ ਨੂੰ ਆਈਡੈਂਟੀਫਾਈ ਕਰਦੇ ਹਾਂ, ਉਹਨਾਂ ਨੂੰ ਹੈਲਪ ਕਰਦੇ ਹਾਂ, ਉਹਨਾਂ ਦੀ ਕੁਐਰੀਜ਼ ਨੂੰ ਆਨਸਰ ਕਰਦੇ ਹਾਂ, ਉਹਨਾਂ ਨੂੰ ਸੋਲਵ ਕਰਦੇ ਹਾਂ। ਇਸ ਦੇ ਨਾਲ ਕੀ ਹੁੰਦਾ ਹੈ ਕਿ ਜਿਹੜਾ ਕਸਟਮਰ ਹੈ ਉਹ ਆਪਣੱਤ ਫੀਲ ਕਰਦਾ ਹੈ, ਉਸਨੂੰ ਇਹ ਫੀਲ ਹੁੰਦਾ ਹੈ ਕਿ ਜਿਹੜਾ ਮੇਰਾ ਵਿਕਰੇਤਾ ਹੈ ਉਹ ਮੇਰੇ ਬਾਰੇ ਸਹੀ ਸੋਚਦਾ ਹੈ, ਅਤੇ ਉਹ ਫਿਰ ਗਾਂ ਤੋਂ ਵੀ ਉਸ ਵਿਕਰੇਤਾ ਦੇ ਨਾਲ ਜੁੜਿਆ ਰਹਿੰਦਾ ਹੈ। ਜਿੱਥੇ ਵੀ ਤੁਹਾਨੂੰ ਕਸਟਮਰ ਸਰਵਿਸ ਵਧੀਆ ਲੱਗੇਗੀ ਤੁਸੀਂ ਉਸ ਹੀ ਬ੍ਰਾਂਡ ਦੇ ਨਾਲ ਜੁੜਨਾ ਪਸੰਦ ਕਰੋਗੇ। ਹੁਣ ਅਸੀਂ ਗੱਲ ਕਰਾਂਗੇ ਕਸਟਮਰ ਸਰਵਿਸ। ਕਸਟਮਰ ਸਰਵਿਸ ਦੇ ਵਿੱਚ 4 P's ਹੁੰਦੇ ਨੇ: ਪ੍ਰੋਂਪਟਨੈਸ, पोलाइटनेस, प्रोफेशनलिज्म एंड पर्सनलाइजेशन। प्रॉम्प्टनेस की मतलब बिल्कुल जल्दी तो जल्दी कस्टमर सर्विस प्रोवाइड करनी, कभी भी कस्टमर सर्विस ਦੇ ਵਿੱਚ डिले नहीं करनी चाहिए, अदरवाइज ਜਿਹੜਾ ਸਾਡਾ ਗਾਹਕ ਹੈ ਸਾਡੇ ਤੋਂ ਰੁਸ਼ਟ ਹੋ ਕੇ ਕਿਸੇ ਹੋਰ ਜਗ੍ਹਾ 'ਤੇ ਵੀ ਜਾ ਸਕਦਾ ਹੈ। ਪੋਲਾਈਟਨੈਸ, ਜਦੋਂ ਵੀ ਤੁਸੀਂ ਆਪਣੇ ਕਸਟਮਰ ਦੀ ਕੋਈ ਵੀ ਕੁਐਰੀ ਜਾਂ ਉਸਦੀ ਕੋਈ ਵੀ ਪ੍ਰੋਬਲਮ ਨੂੰ ਸੁਣਨਾ ਹੈ ਤਾਂ ਤੁਸੀਂ ਬਿਲਕੁਲ ਪੋਲਾਈਟ ਹੋ ਕੇ ਸੁਣਨਾ ਹੈ। ਪ੍ਰੋਫੈਸ਼ਨਲਿਜ਼ਮ, ਤੁਸੀਂ ਪ੍ਰੋਪਰ ਪ੍ਰੋਫੈਸ਼ਨਲਿਜ਼ਮ ਦੇ ਦਾਇਰੇ ਦੇ ਵਿੱਚ ਰਹਿ ਕੇ ਉਹਨਾਂ ਦੇ ਨਾਲ ਗੱਲ ਕਰਨੀ ਹੈ। ਅਗਰ ਕਸਟਮਰ ਤੁਹਾਡੇ ਨਾਲ ਨਾਰਾਜ਼ ਹੋ ਕੇ ਜਾਂ ਤੁਹਾਡੇ ਨਾਲ ਗੁੱਸੇ ਵਿੱਚ ਵੀ ਗੱਲ ਕਰ ਰਿਹਾ ਫਿਰ ਵੀ ਤੁਸੀਂ ਉਹਨੂੰ ਹੈਂਡਲ ਕਰਨ ਦੇ ਲਈ ਆਪਣਾ ਪ੍ਰੋਫੈਸ਼ਨਲਿਜ਼ਮ ਨਹੀਂ ਭੁੱਲਣਾ। ਪਰਸਨਲਾਈਜੇਸ਼ਨ, ਉਸ ਦੀ ਪ੍ਰੋਬਲਮ ਨੂੰ ਪਰਸਨਲੀ ਫੀਲ ਕਰਕੇ, ਪਰਸਨਲੀ ਉਸ ਦੀ ਪ੍ਰੋਬਲਮ ਨੂੰ ਐਨਾਲਾਈਜ਼ ਕਰਕੇ ਉਸ ਦੀ ਪ੍ਰੋਬਲਮ ਦਾ ਸੋਲਿਊਸ਼ਨ ਦੇਣਾ ਹੈ। ਕਸਟਮਰ ਸਰਵਿਸ ਫੰਕਸ਼ਨ, ਇਸ ਦੇ ਵਿੱਚ ਕਸਟਮਰ ਸਰਵਿਸ ਦੇ ਵਿੱਚ ਕਿਹੜੇ ਫੰਕਸ਼ਨਸ ਆਉਂਦੇ ਨੇ? ਕਸਟਮਰ ਸਪੋਰਟ, ਕਸਟਮਰ ਨੂੰ ਸਪੋਰਟ ਕਰਨਾ, ਅਗਰ ਉਸਨੂੰ ਕੋਈ ਪ੍ਰੋਬਲਮ ਹੈ, ਕੋਈ ਇਸ਼ੂ ਹੋ ਗਿਆ ਹੈ, ਉਹਨੂੰ ਕੋਈ ਵੀ ਪ੍ਰੋਡਕਟ ਦੇ ਨਾਲ ਰਿਲੇਟਡ ਕੋਈ ਕੁਐਰੀ ਹੈ ਉਸਨੂੰ ਸੋਲਵ ਕਰਨਾ। ਪ੍ਰੀ ਸੇਲਸ ਦਾ ਮਤਲਬ ਹੁੰਦਾ ਹੈ ਕਿ ਸੇਲ ਕਰਨ ਤੋਂ ਪਹਿਲਾਂ ਉਹਨੂੰ ਪ੍ਰੋਪਰ ਚੀਜ਼ ਦੀ ਡਿਸਕ੍ਰਿਪਸ਼ਨ ਦੇਣੀ, ਉਹਨੂੰ ਪ੍ਰੋਪਰ ਡੈਮੋ ਦੇਣਾ। ਦੈਨ ਮਾਰਕੀਟਿੰਗ ਆਉਂਦਾ ਇਹਦੇ ਵਿੱਚ, ਸੇਲਸ ਆਉਂਦਾ ਆ,
ਟੈਕਨੀਕਲ ਸਪੋਰਟ ਆਉਂਦਾ ਆ ਇਨ ਕੇਸ ਅਗਰ ਕਿਸੇ ਕਸਟਮਰ ਨੂੰ ਕੋਈ ਟੈਕਨੀਕਲ ਲੈਵਲ 'ਤੇ ਕੋਈ ਪ੍ਰੋਬਲਮ ਆ ਉਹਦੇ ਵਿੱਚ ਸਪੋਰਟ ਕਰਨਾ। ਸੋਸ਼ਲ ਮੀਡੀਆ ਕਸਟਮਰ ਸਰਵਿਸਿਜ਼, ਕੁਛ ਕਸਟਮਰ ਸਰਵਿਸਿਜ਼ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਥਰੂ ਵੀ ਪ੍ਰੋਵਾਈਡ ਕੀਤੀਆਂ ਜਾਂਦੀਆਂ ਹਨ। ਸੋਸ਼ਲ ਮੀਡੀਆ ਪੈਨਲ 'ਤੇ ਵੀ ਕੁਝ ਬ੍ਰਾਂਡਸ ਨੇ ਆਪਣੇ ਪੇਜਿਸ ਬਣਾਏ ਆ ਜਿਹਦੇ ਵਿੱਚ ਕਿ ਕਸਟਮਰਸ ਆਪਣੀਆਂ ਕੁਐਰੀਜ਼ ਪੁੱਟ ਇਨ ਕਰ ਦਿੰਦੇ ਅਤੇ ਉੱਥੇ ਉਹਨਾਂ ਨੂੰ ਰਿਸਪੌਂਡ ਕਰਕੇ ਉਹਨਾਂ ਦੀ ਕੁਐਰੀਜ਼ ਨੂੰ ਸੋਲਵ ਕਰਦੇ ਹਨ। ਫਿਰ ਆਉਂਦੀ ਹੈ ਕਸਟਮਰ ਸੈਟਿਸਫੈਕਸ਼ਨ। Customer satisfaction occurs when the value and customer service provided through a retailing experience meets or exceeds ਕਸਟਮਰ ਐਕਸਪੈਕਟੇਸ਼ਨ। ਕਸਟਮਰ ਨੂੰ ਸੈਟਿਸਫੈਕਸ਼ਨ ਉਦੋਂ ਆਉਂਦੀ ਹੈ ਜਦੋਂ ਜਿਹੜਾ ਅਮਾਊਂਟ ਉਹਨੇ ਕਿਸੇ ਵੀ ਪਰਟੀਕੂਲਰ ਗੁੱਡ ਔਰ ਸਰਵਿਸਿਜ਼ 'ਤੇ ਸਪੈਂਡ ਕੀਤਾ ਹੁੰਦਾ ਹੈ ਅਤੇ ਗੁੱਡ ਤੋਂ ਉਸ ਚੀਜ਼ ਨੂੰ ਖਰੀਦਣ ਤੋਂ ਬਾਅਦ ਜੋ ਵੀ ਉਹਨੂੰ ਸਰਵਿਸ ਲੈਣ ਤੋਂ ਬਾਅਦ ਅਗਰ ਸੈਟਿਸਫੈਕਸ਼ਨ ਹੁੰਦੀ ਹੈ, ਅਗਰ ਪੇ ਕੀਤੇ ਗਏ ਅਮਾਊਂਟ ਤੋਂ ਜ਼ਿਆਦਾ ਇਟ ਮੀਨਸ ਕਿ ਸਾਡਾ ਕਸਟਮਰ ਸੈਟਿਸਫਾਈਡ ਹੈ। ਇੰਪੋਰਟੈਂਸ ਆਫ ਕਸਟਮਰ ਸੈਟਿਸਫੈਕਸ਼ਨ plays a significant role within the business. It is not only a leading indicator to treasure customer loyalty, identify unhappy customers and increase revenue, but also help to attract new customer in a competitive business environment. ਜਿਹੜੀ ਕਸਟਮਰ ਸੈਟਿਸਫੈਕਸ਼ਨ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਬਿਜ਼ਨਸ ਦੇ ਵਿੱਚ। ਇੱਕ ਇੰਡੀਕੇਟਰ ਹੈ ਜਿਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਇੱਕ ਕਸਟਮਰ ਦੀ ਸਾਨੂੰ ਲੋਇਲਟੀ ਵੀ ਮਿਲ ਰਹੀ ਹੈ, ਅਸੀਂ ਅਨਹੈਪੀ ਕਸਟਮਰਸ ਨੂੰ ਵੀ ਆਇਡੈਂਟੀਫਾਈ ਕਰਕੇ ਉਹਨਾਂ ਦੀ ਪ੍ਰੋਬਲਮ ਸੋਲਵ ਕਰ ਰਹੇ ਹਾਂ, ਆਪਣਾ ਰੈਵਨਿਊ ਵੀ ਇਨਕਰੀਜ਼ ਕਰ ਰਹੇ ਹਾਂ। ਬਟ ਇਹਦੇ ਨਾਲ ਨਾਲ ਗੁੱਡ ਕਸਟਮਰ ਸਰਵਿਸ ਦੇ ਨਾਲ ਸਾਡੀ ਮਾਰਕੀਟ ਦੇ ਵਿੱਚ ਇੰਨੀ ਅੱਛੀ ਇਮੇਜ ਬਣ ਜਾਂਦੀ ਹੈ ਕਿ ਜਿਹੜੇ ਨਿਊ ਕੰਜ਼ਿਊਮਰਸ ਆ ਨਾ, ਨਿਊ ਕਸਟਮਰਸ ਆ, ਉਹ ਵੀ ਸਾਡੇ ਨਾਲ ਜੁੜਨਾ ਪਸੰਦ ਕਰਦੇ ਨੇ ਅਤੇ ਇਹ ਸਾਡੇ ਲਈ ਬਹੁਤ ਅੱਛੀ ਚੀਜ਼ ਹੁੰਦੀ ਹੈ ਕਿਉਂਕਿ ਅਸੀਂ ਕੰਪੀਟੀਟਿਵ ਬਿਜ਼ਨਸ ਐਨਵਾਇਰਨਮੈਂਟ ਦੇ ਵਿੱਚ ਫਿਰ ਇੱਦਾਂ ਗਰੋ ਕਰਦੇ ਹਾਂ। ਸੋ ਜਿਹੜੀਆਂ ਕਸਟਮਰ ਰਿਟੈਂਸ਼ਨ ਸਟ੍ਰੈਟਜੀ ਸਾਨੂੰ ਮੇਨਟੇਨ ਕਰਨੀਆਂ ਚਾਹੀਦੀਆਂ ਕਿ ਕਸਟਮਰ ਨੂੰ ਕਿੱਦਾਂ ਰਿਟੇਨ ਕਰਨਾ ਆ, ਕਸਟਮਰ ਦੇ ਗਰੀਵੈਂਸ ਨੂੰ ਕਿੱਦਾਂ ਹੈਂਡਲ ਕਰਨਾ, ਕਸਟਮਰ ਨੂੰ ਆਪਾਂ ਪ੍ਰਾਇਓਰਟੀ ਦੇਣੀ ਆ, ਕਸਟਮਰ ਨੂੰ ਟਾਈਮਲੀ ਚੀਜ਼ ਦੀ ਸਪਲਾਈ ਹੋਣੀ ਚਾਹੀਦੀ ਆ, ਸਪੈਸ਼ਲ ਰਿਕੁਆਇਰਮੈਂਟਸ ਕਸਟਮਰਸ ਦੀਆਂ ਪੂਰੀਆਂ ਹੋਣੀਆਂ ਚਾਹੀਦੀਆਂ, ਕਸਟਮਰ 'ਤੇ ਫੋਕਸ ਕਰਨਾ ਚਾਹੀਦਾ ਹੈ ਅਤੇ ਆਲਵੇਜ਼ ਆਪਣੇ ਕਸਟਮਰ ਦੀਆਂ ਕੁਐਰੀਜ਼ ਨੂੰ ਪੋਲਾਈਟ ਵੇ ਦੇ ਨਾਲ ਔਰ ਪਰਸਨਲਾਈਜ਼ ਕਰਕੇ ਉਹਨਾਂ ਨੂੰ ਸੋਲਵ ਕਰਨਾ ਚਾਹੀਦਾ ਹੈ ਔਰ ਕਸਟਮਰ ਨੂੰ ਸੈਟਿਸਫਾਈ ਕਰਨਾ ਚਾਹੀਦਾ ਹੈ। ਹੁਣ ਅਸੀਂ ਗੱਲ ਕਰਾਂਗੇ ਸੈਸ਼ਨ 3 ਸਕਿੱਲਸ ਫॉर ਹੈਂਡਲਿੰਗ ਰਿਟੇਲ ਬਿਜ਼ਨਸ। ਸਕਿੱਲ ਮਤਲਬ ਇੱਕ ਨਿਪੁੰਨਤਾ, ਇੱਕ ਖਾਸੀਅਤ ਤੁਹਾਡੇ 'ਚ ਹੋਣੀ ਚਾਹੀਦੀ ਹੈ ਜਿਹਦੇ ਨਾਲ ਕਿ ਤੁਸੀਂ ਰਿਟੇਲ ਬਿਜ਼ਨਸ ਨੂੰ ਸਹੀ ਤਰੀਕੇ ਨਾਲ ਹੈਂਡਲ ਕਰ ਸਕੋ। ਮੀਨਿੰਗ ਆਫ ਸਕਿੱਲ ਇਜ਼ ਐਨ ਐਬਿਲਿਟੀ ਟੂ ਡੂ ਅ ਟਾਸਕ ਵਿਦ ਪ੍ਰੀ ਡਿਟਰਮਿਨਡ ਰਿਜ਼ਲਟਸ ਵਿਦ ਇਨ ਅ ਗਿਵਨ ਟਾਈਮ ਪੀਰੀਅਡ ਆਫ ਟਾਈਮ, ਐਨਰਜੀ ਔਰ ਬੋਥ। ਇਟ ਇਜ਼ ਦ ਐਬਿਲਿਟੀ ਟੂ ਡੂ ਵਰਕ ਵਿਦ ਐਕਸਪਰਟੀਜ਼। ਕਹਿੰਦੇ ਕਿ ਜਿਹੜੀ ਸਕਿੱਲ ਆ ਉਹ ਇੱਕ ਐਬਿਲਿਟੀ ਆ ਕਿ ਇੱਕ ਟਾਸਕ ਨੂੰ ਪ੍ਰੀ ਡਿਟਰਮਿਨਡ ਤਰੀਕੇ ਦੇ ਨਾਲ ਸਹੀ ਟਾਈਮ 'ਤੇ ਸਹੀ ਐਨਰਜੀ ਦੇ ਨਾਲ ਸਹੀ ਤਰੀਕੇ ਦੇ ਨਾਲ ਇੱਦਾਂ ਪੂਰਾ ਕਰਨਾ ਕਿ ਇਹਦੇ ਨਾਲ ਕੀ ਤੁਹਾਡੀ ਜਿਹੜੀ ਕੰਮ ਕਰਨ ਦੀ ਐਬਿਲਿਟੀ ਆ ਉਹ ਵਧੀਆ ਤਰੀਕੇ ਨਾਲ ਸਾਹਮਣੇ ਆ ਸਕੇ ਅਤੇ ਉਸ ਤੁਸੀਂ ਕੰਮ ਨੂੰ ਵਧੀਆ ਰਿਜ਼ਲਟ ਦੇ ਸਕੋ। ਸਕਿੱਲਸ ਜਨਰਲ ਵੀ ਹੋ ਸਕਦੀਆਂ, ਸਪੈਸੀਫਿਕ ਵੀ ਹੋ ਸਕਦੀਆਂ। ਜਨਰਲ ਸਕਿੱਲਸ ਇਨਕਲੂਡ ਟਾਈਮ ਮੈਨੇਜਮੈਂਟ, ਟੀਮ ਵਰਕ ਐਂਡ ਲੀਡਰਸ਼ਿਪ, ਸੈਲਫ ਮੋਟੀਵੇਸ਼ਨ ਫॉर द वर्क and domain specific skills used in certain jobs. Knowing which skill a person possesses help determine whether their training and experience have prepared them for a specific type of workplace activity. ਕਹਿੰਦੇ ਕਿ ਜਿਹੜੀ ਸਕਿੱਲਸ ਹੁੰਦੀਆਂ ਆ, ਟਾਈਮ ਮੈਨੇਜਮੈਂਟ ਹੋ ਗਿਆ, ਟੀਮ ਵਰਕ ਹੋ ਗਿਆ, ਸੈਲਫ ਮੋਟੀਵੇਸ਼ਨ ਸਕਿੱਲ ਹੋ ਗਈਆਂ ਵਰਕ 'ਤੇ, ਜਾਂ ਕੋਈ ਸਪੈਸ਼ਲਾਈਜ਼ ਸਕਿੱਲ ਕਿ ਉਹਨੇ ਉਸ ਸਪੈਸ਼ਲਾਈਜ਼ ਕਿਸੇ 'ਚ ਕੋਈ ਸਕਿੱਲ ਹੈ, ਕਿਸੇ ਨੇ ਕੋਈ ਮਸ਼ੀਨ ਵਰਕ ਕਰਨਾ ਕਿ ਉਹਨੇ ਪ੍ਰੋਪਰਲੀ ਉਸ ਚੀਜ਼ ਦੀ ਟ੍ਰੇਨਿੰਗ ਲਈ ਹੈ, ਉਸ ਚੀਜ਼ ਨੂੰ ਇੰਪਲੀਮੈਂਟ ਐਕਸਪੀਰੀਅੰਸ ਕੀਤਾ ਹੈ ਜਾਂ ਨਹੀਂ ਕੀਤਾ। ਜਿੱਦਾਂ ਕਿ ਅਗਰ ਕਿਸੇ ਨੇ ਕਾਰਪੈਂਟਰੀ ਦੀ ਜੋਬ ਕਰਨੀ ਆ ਕਿ ਉਹਦੇ ਵਿੱਚ ਕਾਰਪੈਂਟਰੀ ਸਕਿੱਲਸ ਹੈਗੀਆਂ ਜਾਂ ਨਹੀਂ ਹੈਗੀਆਂ। ਸੋ ਇੱਦਾਂ ਹੀ ਰਿਟੇਲ ਬਿਜ਼ਨਸ ਦੇ ਲਈ ਵੀ ਤੁਹਾਡੇ ਵਿੱਚ ਕੁਝ ਸਕਿੱਲਸ ਰਿਕੁਆਇਰਡ ਹੁੰਦੀਆਂ। ਹਰ ਇੱਕ ਬੰਦਾ ਵੇਚਕਾਰ ਹੋ ਸਕਦਾ ਹੈ ਬਟ ਇੱਕ ਵਧੀਆ ਵੇਚਕਾਰ ਬਣਨ ਦੇ ਲਈ ਤੁਹਾਡੇ ਵਿੱਚ ਉਹ ਵਾਲੀਆਂ ਸਕਿੱਲਸ ਹੋਣੀਆਂ ਚਾਹੀਦੀਆਂ ਜਿਹਦੇ ਨਾਲ ਕਿ ਜਿਹੜਾ ਗਾਹਕ ਆ ਤੁਹਾਡੇ ਨਾਲ ਜੁੜਿਆ ਰਹੇ ਅਤੇ ਤੁਹਾਡੇ ਨਾਲ ਨਿਊ ਕਸਟਮਰਸ ਵੀ ਹੋਰ ਜੁੜਨਾ ਪਸੰਦ ਕਰਨ। Skill development is an important instrument to increase the efficiency and quality of labor for improved productivity and economic growth. ਕਹਿੰਦੇ ਜਿਹੜੀ ਸਕਿੱਲ ਡਿਵੈਲਪਮੈਂਟ ਹੈ ਕਿ ਇੱਦਾਂ ਦਾ ਇੰਸਟਰੂਮੈਂਟ ਹੈ ਜਿਹਦੇ ਨਾਲ ਕਿ ਅਸੀਂ ਐਫੀਸ਼ੀਐਂਸੀ ਨੂੰ ਇੰਪਰੂਵ ਕਰ ਸਕਦੇ ਹਾਂ ਅਤੇ ਲੇਬਰ ਦੀ ਕੁਆਲਿਟੀ ਨੂੰ ਇੰਪਰੂਵ ਕਰਕੇ ਪ੍ਰੋਡਕਟੀਵਿਟੀ ਅਤੇ ਇਕਨੋਮਿਕ ਗਰੋਥ ਨੂੰ ਵੀ ਵਧਾ ਸਕਦੇ ਹਾਂ। ਇਨ ਟਰਮਸ ਆਫ ਰਿਟੇਲ ਇਟ ਇਨਕੰਪਾਸਿਸ ਟੇਕਿੰਗ ਸਟਾਕ ਆਫ ਦ ਰਿਟੇਲ ਸਟੋਰ। ਸਾਡੀਆਂ ਰਿਟੇਲ ਦੀਆਂ ਸਕਿੱਲਸ ਦੇ ਵਿੱਚ ਕਿਹੜੀਆਂ ਚੀਜ਼ਾਂ ਆਉਂਦੀਆਂ ਨੇ? ਸਭ ਤੋਂ ਪਹਿਲਾਂ ਆਉਂਦਾ ਟੇਕਿੰਗ ਸਟਾਕ ਆਫ ਦ ਰਿਟੇਲ ਸਟੋਰ। ਆਪਣੇ ਰਿਟੇਲ ਸਟੋਰ ਦਾ ਪੂਰਾ ਧਿਆਨ ਦੇਣਾ, ਇੱਕ ਪਲਾਨ ਕ੍ਰੀਏਟ ਕਰਨਾ, ਕ੍ਰੀਏਟਿੰਗ ਐਨਵਾਇਰਨਮੈਂਟ ਫॉर ਡਿਵੈਲਪਮੈਂਟ, ਪ੍ਰੈਕਟਿਸ ਕੰਸਿਸਟੈਂਟਲੀ ਐਂਡ ਸੈਲਫ ਡਾਇਰੈਕਟਡ ਲਰਨਿੰਗ, ਮੇਕ ਅ ਨੋਟ ਆਫ ਪ੍ਰੋਬਲਮਸ ਔਰ ਮਿਸਟੇਕਸ, ਇੰਟਰੈਕਟ ਵਿਦ ਪੀਅਰਸ ਐਟ ਅ ਪ੍ਰੋਫੈਸ਼ਨਲ ਲੈਵਲ, ਪੇ ਅਟੈਂਸ਼ਨ ਟੂ ਹੈਲਥ। ਕਹਿੰਦੇ ਕਿ ਰਿਟੇਲ ਬਿਜ਼ਨਸ ਦੇ ਵਿੱਚ ਅਗਰ ਅਸੀਂ ਗਰੋ ਕਰਨਾ ਹੈ ਤਾਂ ਸਾਨੂੰ ਕੰਸਿਸਟੈਂਟਲੀ ਪ੍ਰੈਕਟਿਸ ਕਰਨੀ ਪਊਗੀ, ਸਾਨੂੰ ਆਪਣੀਆਂ ਲਰਨਿੰਗ ਵੀ ਵਧਾਉਣੀ ਪਊਗੀ, ਆਪਣੀਆਂ ਕੋਈ ਵੀ ਜੇ ਸਾਡੀਆਂ ਕੋਈ ਪ੍ਰੋਬਲਮਸ ਆ ਜਾਂ ਮਿਸਟੇਕਸ ਆ ਉਹਨਾਂ ਨੂੰ ਨੋਟ ਡਾਊਨ ਕਰਕੇ ਉਹਨਾਂ ਨੂੰ ਸੋਲਵ ਕਰਨਾ ਪਏਗਾ।
ਪ੍ਰੋਫੈਸ਼ਨਲ ਲੈਵਲ 'ਤੇ ਆਪਣੇ ਪੀਅਰ ਗਰੁੱਪਸ ਨੂੰ ਮਿਲਣਾ ਪਏਗਾ, ਐਕਸਪੀਰੀਅੰਸ ਹੋਲਡਰ ਲੋਕਾਂ ਦੇ ਨਾਲ ਬੈਠਣਾ ਪਏਗਾ। ਉਹਨਾਂ ਦੇ ਐਕਸਪੀਰੀਅੰਸ ਤੋਂ ਸੁਣ ਕੇ ਹੀ ਅਸੀਂ ਆਪਣੇ ਅੱਗੇ ਫਰਦਰ ਆਪਣੇ ਸਟੈਪਸ ਲੈ ਸਕਦੇ ਹਾਂ, ਪਲੈਨਿੰਗ ਕਰ ਸਕਦੇ ਹਾਂ। ਔਰ ਸਭ ਤੋਂ ਇੰਪੋਰਟੈਂਟ ਚੀਜ਼, ਆਪਣੀ ਹੈਲਥ ਦੇ ਵੱਲ ਵੀ ਧਿਆਨ ਦੇਣਾ ਪਏਗਾ, ਕਿਉਂਕਿ ਹੈਲਦੀ ਬੋਡੀ ਹੀ ਤੁਹਾਨੂੰ ਵਰਕ ਕਰਨ ਦੇ ਲਈ ਚਾਹੀਦੀ ਹੁੰਦੀ ਹੈ। ਅਗਰ ਤੁਸੀਂ ਹੈਲਦੀ ਹੋਵੋਗੇ ਤਾਂ ਹੀ ਤੁਸੀਂ ਆਪਣੀ ਵਰਕ ਪਲੇਸ 'ਤੇ ਐਫੀਸ਼ੀਐਂਟਲੀ ਕੰਮ ਕਰ ਸਕੋਗੇ। ਸਕਿੱਲਸ ਫॉर ਸੇਲ ਐਸੋਸੀਏਟ, ਜਿਹੜਾ ਸੇਲਸ ਐਸੋਸੀਏਟ ਹੁੰਦਾ ਆ ਉਹਦੇ ਵਿੱਚ ਕਿਹੜੀਆਂ ਸਕਿੱਲਸ ਹੋਣੀਆਂ ਚਾਹੀਦੀਆਂ? ਉਹਦੇ 'ਚ ਪੇਸ਼ੈਂਸ ਹੋਣੀ ਚਾਹੀਦੀ ਆ। ਇੱਕ ਬੰਦੇ ਨੂੰ ਅਗਰ ਕੋਈ ਸੇਲਸ ਐਸੋਸੀਏਟ ਹੈ, ਅਗਰ ਉਹ ਪੇਸ਼ੈਂਸ ਉਹਦੇ 'ਚ ਨਹੀਂ ਹੋਏਗੀ ਤਾਂ ਉਹ ਕਦੀ ਵੀ ਜਿਹੜਾ ਗਾਹਕ ਆ ਉਹਦੇ ਨਾਲ ਸਹੀ ਤਰੀਕੇ ਨਾਲ ਡੀਲ ਨਹੀਂ ਕਰ ਸਕਿਆ, ਕਿਉਂਕਿ ਜਿਹੜਾ ਗਾਹਕ ਹੈ, ਗਾਹਕ ਤੁਹਾਡੇ ਕੋਲੋਂ 100 ਤਰ੍ਹਾਂ ਦੀਆਂ ਚੀਜ਼ਾਂ ਪੁੱਛੇਗਾ। ਅਗਰ ਤੁਹਾਡੇ 'ਚ ਪੇਸ਼ੈਂਸ ਹੀ ਨਹੀਂ ਹੋਏਗੀ ਚੀਜ਼ਾਂ ਦਿਖਾਉਣ ਦੀ ਜਾਂ ਉਹਨੂੰ ਡਿਸਕ੍ਰਿਪਸ਼ਨ ਦੇਣ ਦੀ, ਤਾਂ ਜਿਹੜਾ ਗਾਹਕ ਹੈ ਉਹ ਤੁਹਾਡੇ ਤੋਂ ਅਨੋਏ ਹੋ ਕੇ ਤੁਹਾਨੂੰ ਛੱਡ ਕੇ ਕਿਸੇ ਹੋਰ ਸ਼ੌਪ 'ਤੇ ਚਲਾ ਜਾਏਗਾ। ਅਟੈਂਟਿਵਨੈਸ ਦਾ ਮਤਲਬ ਕਿ ਪੂਰੀ ਤਰੀਕੇ ਨਾਲ ਧਿਆਨ ਨਾਲ ਗੱਲ ਸੁਣਨੀ, ਅਟੈਂਸ਼ਨ ਦੇ ਕੇ ਧਿਆਨ ਨਾਲ ਗੱਲ ਸੁਣਨੀ। ਕਮਿਊਨੀਕੇਸ਼ਨ ਸਕਿੱਲਸ, ਬੋਲਚਾਲ ਦਾ ਤਰੀਕਾ ਬਹੁਤ ਸਹੀ ਹੋਣਾ ਚਾਹੀਦਾ। ਕਮਿਊਨੀਕੇਸ਼ਨ ਸਕਿੱਲਸ ਦੇ ਵਿੱਚ ਤੁਹਾਡੇ ਬੋਲਣ ਦੇ ਨਾਲ ਨਾਲ ਤੁਹਾਡੇ ਸਰੀਰਕ ਹਾਵ ਭਾਵ ਵੀ ਸਹੀ ਹੋਣੇ ਚਾਹੀਦੇ ਕਿ ਜਿਹੜਾ ਗਾਹਕ ਆ ਤੁਹਾਡੇ ਨਾਲ ਕੰਫਰਟੇਬਲ ਮਹਿਸੂਸ ਕਰ ਸਕੇ। ਪ੍ਰੋਡਕਟ ਦੀ ਨੌਲੇਜ ਹੋਣੀ ਚਾਹੀਦੀ ਆ। ਯੂਜ਼ ਪੋਜ਼ੀਟਿਵ ਲੈਂਗੁਏਜ, ਹਮੇਸ਼ਾ ਪੋਜ਼ੀਟਿਵ ਲੈਂਗੁਏਜ ਦਾ ਯੂਜ਼ ਕਰਨਾ ਚਾਹੀਦਾ ਹੈ। ਐਕਟਿੰਗ ਸਕਿੱਲਸ ਹੋਣੀਆਂ ਚਾਹੀਦੀਆਂ, ਕਿ ਐਕਟਿੰਗ ਸਕਿੱਲਸ ਹੁੰਦੀਆਂ ਕਿ ਜਿੱਦਾਂ ਦੀ ਤੁਸੀਂ ਗੱਲ ਕਰ ਰਹੇ ਹੋ ਉੱਦਾਂ ਦੇ ਹਾਵ ਭਾਵ ਤੁਹਾਡੇ ਚਿਹਰੇ 'ਤੇ ਵੀ ਆਉਣੇ ਚਾਹੀਦੇ ਹਨ ਅਤੇ ਤੁਸੀਂ ਪ੍ਰੋਪਰਲੀ ਸਹੀ ਤਰੀਕੇ ਨਾਲ ਐਕਟ ਕਰੋ। ਟਾਈਮ ਮੈਨੇਜਮੈਂਟ ਸਕਿੱਲਸ ਹੋਣੀਆਂ ਚਾਹੀਦੀਆਂ। ਉਹਦੇ ਵਿੱਚ ਟਾਈਮ ਮੈਨੇਜਮੈਂਟ ਸਕਿੱਲਸ ਹੋਣ ਕਿ ਉਹ ਟਾਈਮ 'ਤੇ ਅਵੇਲੇਬਲ ਹੋਵੇ। ਜਿਹੜਾ ਟਾਈਮ ਉਹਨੇ ਆਪਣੇ ਗਾਹਕ ਨੂੰ ਦਿੱਤਾ ਉਸ ਟਾਈਮ 'ਤੇ ਉਹਦਾ ਕੰਮ ਪੂਰਾ ਕਰੇ, ਟਾਈਮਲੀ ਆਪਣੀ ਸ਼ੌਪ ਨੂੰ ਓਪਨ ਕਰੇ। ਗੋਲ ਓਰੀਐਂਟਡ, ਉਹ ਇੱਕ ਗੋਲ ਓਰੀਐਂਟਡ ਮਤਲਬ ਇੱਕ ਤਰ੍ਹਾਂ ਨਾਲ ਇੱਕ ਨਿਸ਼ਾਨਾ ਮੁਖੀ ਹੋਣਾ ਚਾਹੀਦਾ ਕਿ ਉਸਨੇ ਇੱਕ ਗੋਲ ਸੋਚਿਆ ਹੋਵੇ ਕਿ ਮੈਂ ਆਪਣੇ ਬਿਜ਼ਨਸ ਨੂੰ ਇੰਨਾ ਗਰੋ ਕਰਨਾ ਆਉਣ ਵਾਲੇ 2 ਸਾਲਾਂ ਦੇ ਵਿੱਚ, ਤਾਂ ਉਹਦੇ ਲਈ ਇੰਨਾ ਅੱਛਾ ਵਰਕ ਕਰੇ ਕਿ ਉਹ ਆਪਣੇ ਬਿਜ਼ਨਸ ਨੂੰ ਉੱਥੇ ਤੱਕ ਪਹੁੰਚਾ ਸਕੇ। ਰੈਜ਼ੀਲੈਂਸ, ਕਿ ਉਹਦੇ ਵਿੱਚ ਇੱਕ ਤਰ੍ਹਾਂ ਦੀ ਅੰਦਰੋਂ ਇੱਕ ਉਹ ਹੋਣੀ ਚਾਹੀਦੀ ਆ, ਇੱਕ ਤਰ੍ਹਾਂ ਦੀ ਇੱਕ ਜਿਹਨੂੰ ਕਹਿੰਦੇ ਆ ਕਿ ਇੱਕ ਅੰਦਰੋਂ ਐਂਥੂਸੀਆਜ਼ਮ ਹੋਣਾ ਚਾਹੀਦਾ ਕਿ ਉਸਨੇ ਆਪਣੇ ਬਿਜ਼ਨਸ ਨੂੰ ਵਧੀਆ ਤਰੀਕੇ ਨਾਲ ਗਰੋ ਕਰਕੇ ਆਪਣੇ ਕਸਟਮਰ ਬੇਸ ਨੂੰ ਵਧੀਆ ਬਣਾਉਣਾ ਹੈ। ਹੁਣ ਆਉਂਦੀਆਂ ਸੈਸ਼ਨ 4 ਦੇ ਵਿੱਚ ਡਿਊਟੀਜ਼ ਐਂਡ ਰਿਸਪੋਂਸਿਬਿਲਿਟੀਜ਼ ਆਫ ਅ ਸੇਲਸ ਐਸੋਸੀਏਟ। ਅ ਸੇਲਸ ਐਸੋਸੀਏਟ ਇਜ਼ ਰਿਸਪੋਂਸਿਬਲ ਫॉर द all sale activities and job duties, from greeting customers to answering questions, offering assistance, suggesting items, lending opinions and providing product information। ਕਹਿੰਦਾ ਜਿਹੜਾ ਸੇਲਸ ਐਸੋਸੀਏਟ ਆ ਉਹਦੇ ਰਿਸਪੋਂਸੀਬਿਲਿਟੀ ਲਈ ਬਹੁਤ ਸਾਰੀਆਂ ਚੀਜ਼ਾਂ ਆ ਉਹਦੇ ਕੋਲ। ਉਹ ਬਹੁਤ ਸਾਰੀਆਂ ਐਕਟੀਵਿਟੀਜ਼ ਕਰਦਾ ਹੈ, ਉਹਦੀਆਂ ਬਹੁਤ ਸਾਰੀਆਂ ਡਿਊਟੀਜ਼ ਹੁੰਦੀਆਂ। ਕਸਟਮਰ ਨੂੰ ਗਰੀਟ ਕਰਨਾ, ਉਹਨਾਂ ਦੇ ਕੁਐਸਚਨਸ ਨੂੰ ਆਨਸਰ ਕਰਨਾ, ਉਹਨਾਂ ਨੂੰ ਅਸਿਸਟੈਂਸ ਦੇਣੀ, ਉਹਨਾਂ ਨੂੰ ਆਈਟਮ ਸੁਜੈਸਟ ਕਰਨੀਆਂ, ਉਹਨਾਂ ਨੂੰ ਆਪਣੇ ਓਪੀਨੀਅਨਸ ਦੇਣੇ ਔਰ ਉਹਨਾਂ ਨੂੰ ਪ੍ਰੋਡਕਟ ਦੀ ਇਨਫੋਰਮੇਸ਼ਨ ਪ੍ਰੋਵਾਈਡ ਕਰਨੀ। ਇਹ ਸਾਰਾ ਕੁਝ ਸੇਲਸ ਐਸੋਸੀਏਟ ਦੇ ਰੋਲ ਦੇ ਵਿੱਚ ਆਉਂਦਾ ਹੈ। ਹੁਣ ਡਿਊਟੀਜ਼ ਆਫ ਅ ਸੇਲਸ ਐਸੋਸੀਏਟ, ਸੇਲਸ ਐਸੋਸੀਏਟ ਦੀਆਂ ਕੀ ਡਿਊਟੀਜ਼ ਹੁੰਦੀਆਂ ਹਨ? ਹੈਂਡਲਿੰਗ ਪ੍ਰੋਬਲਮਸ, ਉਹਨੂੰ ਹੈਂਡਲ ਕਰਨੀਆਂ ਆਉਣੀਆਂ ਚਾਹੀਦੀਆਂ ਪ੍ਰੋਬਲਮਸ। ਅਸਿਸਟਿੰਗ ਸੇਲਸ, ਉਹਨੂੰ ਸੇਲਸ ਦੇ ਵਿੱਚ ਅਸਿਸਟ ਕਰਨਾ ਆਉਣਾ ਚਾਹੀਦਾ ਹੈ। ਉਹਦੇ ਵਿੱਚ ਕਲੈਰੀਕਲ ਟਾਸਕ ਕਰਨ ਦੀ ਵੀ ਕੈਪੇਬਿਲਿਟੀਜ਼ ਹੋਣੀਆਂ ਚਾਹੀਦੀਆਂ। ਉਹਦੇ ਵਿੱਚ ਜੋਬ ਸਪੈਸੀਫਿਕ ਰਿਸਪੋਂਸੀਬਿਲਿਟੀਜ਼ ਨੂੰ ਸਾਂਭਣ ਦਾ ਵੀ ਹੁਨਰ ਹੋਣਾ ਚਾਹੀਦਾ ਹੈ। ਅ ਸੇਲਸ ਐਸੋਸੀਏਟ ਰਿਕੁਆਇਰ ਸਕਿੱਲ ਸਚ ਐਸ ਪ੍ਰੋਡਕਟ ਨੌਲੇਜ, ਅਬਿਲਿਟੀ ਟੂ ਇਨਫੋਰਮ ਕਸਟਮਰਸ, ਡੇਟਾ ਐਂਟਰੀ, ਐਨਾਲਾਈਜ਼ਿੰਗ ਇਨਫੋਰਮੇਸ਼ਨ, ਵਰਬਲ ਕਮਿਊਨੀਕੇਸ਼ਨ, ਰਿਪੋਰਟਿੰਗ ਸਕਿੱਲਸ, ਮੈਨੇਜਿੰਗ ਪ੍ਰੋਸੈਸਿਸ, ਜਨਰਲ ਕੰਸਲਟਿੰਗ ਐਂਡ ਮਲਟੀਟਾਸਕਿੰਗ ਸਕਿੱਲਸ। ਕਿ ਉਹਦੇ 'ਚ ਇਹ ਸਾਰੀਆਂ ਸਕਿੱਲਸ ਹੋਣੀਆਂ ਚਾਹੀਦੀਆਂ ਕਿ ਉਹਦੇ ਕੋਲ ਪ੍ਰੋਡਕਟ ਨੌਲੇਜ ਤੋਂ ਲੈ ਕੇ ਕਮਿਊਨੀਕੇਸ਼ਨ ਉਹਦੀ ਵਧੀਆ ਹੋਵੇ, ਉਹਦੀਆਂ ਰਿਪੋਰਟਿੰਗ ਸਕਿੱਲਸ ਵਧੀਆ ਹੋਣ, ਮੈਨੇਜਮੈਂਟ ਸਕਿੱਲਸ ਵਧੀਆ ਹੋਣ ਔਰ ਉਹ ਮਲਟੀਟਾਸਕਿੰਗ ਕਰਨ ਦਾ ਕੇਪੇਬਲ ਹੋਵੇ। ਰਿਸਪੋਂਸੀਬਿਲਿਟੀਜ਼ ਕੀ ਹੁੰਦੀਆਂ ਇੱਕ ਸੇਲਸ ਐਸੋਸੀਏਟ ਦੀਆਂ? ਉਹਦੀਆਂ ਰਿਸਪੋਂਸੀਬਿਲਿਟੀਜ਼ ਹੈ ਇੰਟਰੈਕਟ ਵਿਦ ਕਸਟਮਰ ਨਾਲ ਇੰਟਰੈਕਟ ਕਰਨਾ, ਵਰਕਿੰਗ ਡਾਇਰੈਕਟਲੀ ਵਿਦ ਕਸਟਮਰਸ ਨਾਲ ਸਿੱਧੇ ਤੌਰ 'ਤੇ ਕੰਮ ਕਰਨਾ, ਰਿਜ਼ੋਲਵ ਦਾ ਇਸ਼ੂਜ਼ ਆਫ ਕਸਟਮਰਸ ਦੀਆਂ ਪ੍ਰੋਬਲਮਸ ਐਂਡ ਇਸ਼ੂਜ਼ ਨੂੰ ਰਿਜ਼ੋਲਵ ਕਰਨਾ, ਲਿਸਨ ਟੂ ਕਸਟਮਰਸ, ਜੋ ਵੀ ਕਸਟਮਰ ਕਹਿ ਰਿਹਾ ਉਹਦੀ ਗੱਲ ਨੂੰ ਚੰਗੀ ਤਰ੍ਹਾਂ ਅਟੈਂਟਿਵਲੀ ਸੁਣਨਾ, ਰਿਮੇਨ ਫਰੈਂਡਲੀ ਐਂਡ ਪੋਲਾਈਟ, ਹਮੇਸ਼ਾ ਫਰੈਂਡਲੀ ਔਰ ਪੋਲਾਈਟ ਰਹਿਣਾ ਤਾਂ ਕਿ ਜਿਹੜਾ ਕਸਟਮਰ ਆ ਤੁਹਾਡੇ ਨਾਲ ਕੰਫਰਟੇਬਲ ਫੀਲ ਕਰ ਸਕੇ। ਸਪੈਸ਼ਲ ਐਕਟੀਵਿਟੀਜ਼ ਆਫ ਅ ਸੇਲਸ ਐਸੋਸੀਏਟ, ਇੱਕ ਸੇਲਸ ਐਸੋਸੀਏਟ ਦੀਆਂ ਸਪੈਸ਼ਲ ਐਕਟੀਵਿਟੀਜ਼ ਕੀ ਹੁੰਦੀਆਂ ਹਨ? ਪ੍ਰੀਪੇਅਰ ਫॉर ਕਸਟਮਰ ਇਨਕੁਆਇਰੀਜ਼, ਰਿਸਪੌਂਡ ਟੂ ਕਸਟਮਰ ਇਨਕੁਆਇਰੀਜ਼, ਕਸਟਮਰ ਦੀ ਇਨਕੁਆਇਰੀਜ਼ ਲਈ ਪ੍ਰੀਪੇਅਰ ਰਹਿਣਾ, ਹਮੇਸ਼ਾ ਕਸਟਮਰ ਦੀ ਇਨਕੁਆਇਰੀਜ਼ ਨੂੰ ਰਿਸਪੌਂਡ ਕਰਨਾ, ਡਾਕੂਮੈਂਟ ਕਸਟਮਰ ਇਨਕੁਆਇਰੀਜ਼, ਜੋ ਵੀ ਕਸਟਮਰ ਦੀਆਂ ਇਨਕੁਆਇਰੀਜ਼ ਆਈਆਂ ਉਹਨਾਂ ਨੂੰ ਨੋਟ ਡਾਊਨ ਕਰਕੇ ਰੱਖਣਾ ਤਾਂ ਕਿ ਇਨ ਫਿਊਚਰ ਤੁਸੀਂ ਉਹਨਾਂ ਚੀਜ਼ਾਂ ਨੂੰ ਪਹਿਲਾਂ ਹੀ ਰਿਜ਼ੋਲਵ ਕਰ ਸਕੋ। ਇੰਪਰੂਵ ਕੁਆਲਿਟੀ ਸਰਵਿਸ, ਆਪਣੀ ਕੁਆਲਿਟੀ ਸਰਵਿਸ ਨੂੰ ਇੰਪਰੂਵ ਕਰਨਾ,
ਆਇਡੈਂਟੀਫਾਈ ਨਿਊ ਪ੍ਰੋਡਕਟਸ, ਜਿਹੜੇ ਵੀ ਨਿਊ ਪ੍ਰੋਡਕਟਸ ਆ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਪ੍ਰੋਪਰਲੀ ਉਹਨਾਂ ਦੀ ਡਿਸਕ੍ਰਿਪਸ਼ਨ ਲੈ ਕੇ ਰੱਖਣੀ, ਤਾਂ ਕਿ ਇਨ ਕੇਸ ਅਗਰ ਕੋਈ ਕਸਟਮਰ ਆਉਂਦਾ ਦੈਨ ਤੁਸੀਂ ਉਹਨੂੰ ਉਹਦੀ ਡਿਸਕ੍ਰਿਪਸ਼ਨ ਦੇ ਸਕੋ। ਅਪਡੇਟ ਜੋਬ ਨੌਲੇਜ, ਆਪਣੀ ਜੋਬ ਨੌਲੇਜ ਦੇ ਅਕੋਰਡਿੰਗ ਪੂਰੀ ਤਰ੍ਹਾਂ ਅਪਡੇਟਡ ਰਹਿਣਾ ਚਾਹੀਦਾ ਹੈ। ਪਾਰਟੀਸਪੇਟ ਇਨ ਐਜੂਕੇਸ਼ਨਲ ਓਪਰਚੁਨਿਟੀਜ਼, ਜਿੱਥੇ ਵੀ ਉਹਨੂੰ ਕਿਤੇ ਵੀ ਟ੍ਰੇਨਿੰਗ ਦਾ ਜਾਂ ਐਜੂਕੇਸ਼ਨਲ ਓਪਰਚੁਨਿਟੀਜ਼ ਮਿਲਦੀਆਂ ਹੈ, ਸੋ ਦੈਟ ਕਿ ਉਹਨੂੰ ਨਿਊ ਨੌਲੇਜ, ਨਿਊ ਮਾਰਕੀਟ ਦੀ ਨੌਲੇਜ, ਨਿਊ ਟਰੈਂਡਸ ਦਾ ਪਤਾ ਚੱਲੇ। ਸੋ ਉਹਨੂੰ ਹਮੇਸ਼ਾ ਉਹਨਾਂ ਚੀਜ਼ਾਂ ਦੇ ਲਈ ਓਪਨ ਰਹਿਣਾ ਚਾਹੀਦਾ ਔਰ ਪਾਰਟੀਸਪੇਟ ਕਰਨਾ ਚਾਹੀਦਾ ਹੈ। ਸੋ ਮੈਂ ਉਮੀਦ ਕਰਦੀ ਹਾਂ ਅਸੀਂ ਜਿਹੜਾ ਫੰਡਾਮੈਂਟਲਸ ਆਫ ਰਿਟੇਲਿੰਗ ਟੌਪਿਕ ਕੀਤਾ ਉਹਦੇ ਵਿੱਚ ਤੁਹਾਨੂੰ ਸਾਰੇ ਕਨਸੈਪਟਸ ਈਜ਼ੀਲੀ ਸਮਝ ਆ ਗਏ ਹੋਣ, ਅਤੇ ਜਦੋਂ ਵੀ ਤੁਸੀਂ ਇਸ ਟੌਪਿਕ ਨੂੰ ਆਪਣੀ ਬੁੱਕ ਤੋਂ ਰੀਡ ਕਰੋਗੇ ਤੁਹਾਡੇ ਲਈ ਇਹਨੂੰ ਪੜ੍ਹਨਾ ਆਸਾਨ ਹੋਏਗਾ। ਇਹ ਵੀਡੀਓ ਤੁਹਾਡੇ ਲਈ ਇੱਕ ਤਰ੍ਹਾਂ ਨਾਲ ਹੈਲਪਫੁਲ ਸਾਬਿਤ ਹੋਏਗੀ, ਤਾਂ ਕਿ ਤੁਸੀਂ ਆਪਣੇ ਟੌਪਿਕ ਨੂੰ ਅੱਛੀ ਤਰ੍ਹਾਂ ਗ੍ਰੈਬ ਕਰ ਸਕੋ ਔਰ ਈਜ਼ੀਲੀ ਤੁਹਾਡੇ ਮਾਈਂਡ ਦੇ ਵਿੱਚ ਟੌਪਿਕ ਬੈਠ ਸਕੇ। ਸੋ ਥੈਂਕ ਯੂ ਸੋ ਮਚ ਬੇਟਾ, ਔਰ ਇੱਦਾਂ ਹੀ ਅੱਛੇ ਤਰੀਕੇ ਨਾਲ ਰੀਡ ਕਰਦੇ ਰਹਿਣਾ। ਔਰ ਮੈਂ ਇਹੀ ਚਾਹੂੰਗੀ ਕਿ ਤੁਸੀਂ ਜਿਹੜਾ ਤੁਹਾਡਾ ਰਿਟੇਲ ਦਾ ਜਿਹੜਾ ਸਬਜੈਕਟ ਆ ਉਹਨੂੰ ਤੁਸੀਂ ਇੰਨਾ ਜ਼ਿਆਦਾ ਅੱਛੇ ਤਰੀਕੇ ਨਾਲ ਪੜ੍ਹੋ ਕਿ ਅੱਗੇ ਜਾ ਕੇ ਤੁਹਾਡੇ ਫਿਊਚਰ ਦੇ ਵਿੱਚ, ਤੁਹਾਡੇ ਕਰੀਅਰ ਦੇ ਵਿੱਚ ਵੀ ਕੰਮ ਆਵੇ। ਥੈਂਕ ਯੂ ਸੋ ਮਚ।